ਇੱਕ ਇੱਕ ਕਰਕੇ ਪੁੱਛ ਲਓ, ਜ਼ਿਆਦਾ ਬੈਟਰ ਹੈ। ਅੱਜ ਸਮਰਾਲੇ ਆਉਣ ਦਾ ਪਹਿਲਾਂ ਦਾ ਕੀ ਮਕਸਦ ਹੈਗਾ ਜੀ? ਅੱਜ ਜਿਹੜਾ ਇੱਥੇ ਆਉਣ ਦਾ ਮਕਸਦ ਹੈ ਜੀ, ਮੈਂ ਹਰ ਜਗ੍ਹਾ ਤੇ ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਿਹਾ ਔਰ ਮੈਂ ਆਪਦੇ ਤੋਂ ਤੇ ਜਿੰਨੇ ਵੀ ਸਾਡੇ ਵਰਿਸ਼ਟ ਨੇਤਾ ਨੇ, ਲੀਡਰ ਸਾਹਿਬਾਨ, ਉਹਨਾਂ ਦਾ ਤਜਰਬਾ, ਉਹਨਾਂ ਦਾ ਐਕਸਪੀਰੀਅੰਸ ਉਹ ਲੈਣ ਵਾਸਤੇ ਤੇ ਆਸ਼ੀਰਵਾਦ ਲੈਣ ਵਾਸਤੇ ਤੇ ਆਪਦੇ ਭਰਾਵਾਂ ਦੀ ਬਲੇਸਿੰਗਸ ਲੈਣ ਵਾਸਤੇ ਅੱਜ ਦਾ ਜਿਹੜਾ ਸਮਰਾਲੇ ਦਾ ਦੌਰਾ ਅਸੀਂ ਰੱਖਿਆ। ਸੋ ਪਹਿਲੀ ਪਲੇਠੀ ਜਿਹੜੀ ਜਿਹਨੂੰ ਕਹਿੰਦੇ ਆ, ਉਹ ਇੱਕ ਵਾਰਤਾਲਾਪ ਮਿਲਣੀ ਹੈ ਔਰ ਇਸ ਤੋਂ ਬਾਅਦ ਅਸੀਂ ਲੋਕ तमाम ਚਾਰਜ ਲੈਣ ਤੋਂ ਬਾਅਦ ਇਕੱਠੇ ਹੋ ਕੇ ਚਰਚਾ ਕਰਕੇ ਇੱਕ ਨਵੀਂ ਕਾਂਗਰਸ, ਲੋਕਾਂ ਦੀ ਕਾਂਗਰਸ, ਮੇਰੀ ਕਾਂਗਰਸ ਰਾਜਾ ਵੜਿੰਗ ਦੀ ਕਾਂਗਰਸ ਨਹੀਂ, ਲੋਕਾਂ ਦੀ ਕਾਂਗਰਸ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਮੇਰਾ ਮਕਸਦ ਹੈ ਉਹ ਅਸੀਂ ਆਉਣ ਵਾਲੇ ਸਮੇਂ 'ਚ ਕਰਾਂਗੇ। ਇੱਕ ਕੁਮਾਰ ਵਿਸ਼ਵਾਸ ਇੱਕ ਟਵੀਟ ਕਰਦੇ ਨੇ, ਉਹਨਾਂ ਦੇ ਘਰੇ ਪੁਲਿਸ ਦੀ ਰੇਡ ਹੁੰਦੀ ਹੈ, ਉਹ ਕਹਿੰਦਾ ਕੇਜਰੀਵਾਲ ਹੀ ਪੰਜਾਬ ਪੁਲਿਸ ਨੂੰ ਚਲਾ ਰਿਹਾ, ਨਾ ਕਿ ਭਗਵੰਤ ਮਾਨ। ਦੇਖੋ ਇਹ ਵੀ ਕਿਉਂਕਿ ਕੋਈ ਪਤਾ ਤਾਂ ਲੱਗਿਆ ਨਹੀਂ ਕਿ ਕਿਹੜਾ ਕੋਈ ਜ਼ੁਰਮ ਕੀਤਾ ਹੈ ਕੁਮਾਰ ਵਿਸ਼ਵਾਸ ਨੇ, ਕਿਉਂਕਿ 1 ਮਹੀਨਾ ਹੋ ਗਿਆ ਜਨਤਾ ਦੇ ਪੰਜਾਬ ਦੇ ਸਾਹਮਣੇ ਤਾਂ ਕੋਈ ਐਸੀ ਗੱਲ ਨਹੀਂ ਆਈ। ਹੁਣੇ ਪਤਾ ਲੱਗਿਆ ਟਵੀਟ ਤੋਂ ਬਾਅਦ ਕਿ ਪੁਲਿਸ ਉਹਨਾਂ ਦੇ ਘਰੇ ਗਈ ਹੈ ਐਂਡ ਫਿਰ ਇਹ ਵੀ ਪਤਾ ਲੱਗਿਆ ਕਿ ਕੋਈ ਉਹਨਾਂ ਦੇ ਪਰਚਾ ਦਰਜ ਕੀਤਾ ਰੋਪੜ ਪੁਲਿਸ ਨੇ। ਸੋ ਮੇਰਾ ਖਿਆਲ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸ਼ਰਾਫਤ ਵਾਲਾ ਚਿਹਰਾ ਹੈ, ਜਿਹੜੇ ਕਹਿੰਦੇ ਵੈਂਡੇਟਾ ਪੋਲਿਟਿਕਸ ਨਹੀਂ ਕਰਦੇ, ਅਕਸਰ ਹੀ ਕੇਜਰੀਵਾਲ ਸਾਹਿਬ ਇਲਜ਼ਾਮ ਲਾਇਆ ਕਰਦੇ ਸਨ ਕੇਂਦਰ ਸਰਕਾਰ ਤੇ ਵੀ ਸਾਡਾ ਬੰਦਾ ਚੱਕ ਲਿਆ, MLA ਚੱਕ ਲਿਆ। ਅੱਜ ਉਸੇ ਤਰ੍ਹਾਂ ਦੀ ਪਿਰਤ ਮੈਂ ਸਮਝਦਾ ਹੈ ਕਿ ਜੇ ਉਹਨਾਂ ਨੇ ਕੁਝ ਬੋਲ ਵੀ ਦਿੱਤਾ ਤਾਂ ਮੇਰਾ ਖਿਆਲ ਕੋਈ ਐਡੀ ਕੋਈ ਗੱਲ ਨਹੀਂ ਵੀ ਪੁਲਿਸ ਉਹਨਾਂ ਨੂੰ ਚੱਕਣ ਦਿੱਲੀ ਚਲੀ ਜਾਵੇ। ਸੋ ਇਹ ਮਾੜੀ ਗੱਲ ਹੈ, ਲੋਕਤੰਤਰ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ। ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੂੰ ਮੈਂਡੇਟ ਦਿੱਤਾ ਹੈ, ਤੁਸੀਂ ਐਵੇਂ ਆਪਦੇ ਆਕਾ ਨੂੰ ਖੁਸ਼ ਕਰਨ ਪਿੱਛੇ ਇਹੋ ਜਿਹੇ ਕੰਮ ਨਾ ਕਰੋ ਤਾਂ ਬਿਹਤਰ ਹੋਏਗਾ। ਬਾਕੀ ਤੁਹਾਡਾ ਅੰਦਰੂਨੀ ਮਾਮਲਾ ਜੋ ਮਰਜ਼ੀ ਕਰੋ। ਸਮਰਾਲੇ ਦੇ ਹਲਕੇ ਵਿੱਚ ਸਵਾਲ ਹੈ, ਜਿਵੇਂ ਤੁਸੀਂ ਰਾਜਾ ਗਿੱਲ ਤੋਂ ਆਏ ਹੋ, ਦੂਜੇ ਪਾਸੇ ਵਿਰੋਧੀ ਤੇ ਨੇਤਾ ਨੇ ਜੋ ਪ੍ਰਤਾਪ ਸਿੰਘ ਬਾਜਵਾ ਅਤੇ ਰੁੱਸੇ ਹੋਏ ਜੋ ਲੀਡਰ ਨੇ ਰੀਸੈਂਟ ਢਿੱਲੋਂ ਘਰ ਗਏ ਨੇ, ਕਿ ਉਹਨਾਂ ਦੀ ਵਾਪਸੀ ਦਾ ਕੋਈ ਸੰਕੇਤ ਹੈ? ਕੌਣ ਗਏ ਨੇ? ਪ੍ਰਤਾਪ ਸਿੰਘ ਬਾਜਵਾ। ਪ੍ਰਤਾਪ ਸਿੰਘ ਬਾਜਵਾ ਨੇ ਫਿਰ ਹਿੰਦਰ ਕੇਤੀ ਨੇ ਬਲਬੀਰ ਸਿੰਘ ਨਾਲ ਨੇ ਜੀ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਤੁਹਾਡੇ ਤੋਂ ਪਤਾ ਲੱਗਿਆ ਕਿ ਗਏ ਹੈ, ਲੇਕਿਨ ਉਹ ਕਿਸ ਤਰ੍ਹਾਂ ਗਏ ਹੈ, ਕਿਵੇਂ ਗਏ ਹੈ, ਕਿਸ ਮਕਸਦ ਨਾਲ ਗਏ ਹੈ, ਇਹ ਉਹ ਬਿਹਤਰ ਦੱਸ ਸਕਣਗੇ। ਲੇਕਿਨ ਪਾਰਟੀ ਵੱਲੋਂ ਗਿੱਲ ਸਾਹਿਬ, ਰਾਜਾ ਗਿੱਲ ਜੀ ਨੂੰ ਟਿਕਟ ਦਿੱਤੀ ਗਈ ਹੈ, ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਕਾਂਗਰਸ ਪਾਰਟੀ ਦੇ। ਸੋ ਮੈਂ ਆਪਦੇ ਭਰਾ ਕੋਲੇ ਇੱਥੇ ਮਿਲਣ ਵਾਸਤੇ ਆਇਆ। ਨਵਜੋਤ ਸਿੰਘ ਸਿੱਧੂ ਜਾ ਕੇ ਆਏ, ਨਵੀਰ ਸਿੰਘ ਸਾਹਿਬ ਜਿਹੜੇ ਜਾਖੜ ਸਾਹਿਬ ਨੇ, ਤੁਸੀਂ ਕਹਿੰਦੇ ਹੋ ਕਾਂਗਰਸ ਪਾਰਟੀ ਮਜ਼ਬੂਤ ਕਰਾਂਗੇ, ਜਾਖੜ ਸਾਹਿਬ ਤਾਂ ਤੁਹਾਡੇ ਸ਼ਾਸਨ ਬੰਦੇ ਨਹੀਂ, ਉਹਨੇ ਕੋਈ ਲੋਕ ਦਾ ਜਵਾਬ ਦਿੱਤਾ, ਦੂਸਰੇ ਬਾਰੇ ਸਿੱਧੂ ਸਾਹਿਬ ਆਪਣਾ ਪੈਰਲ ਚੱਲ ਲਏਗਾ। ਸੋ ਮੇਰਾ ਖਿਆਲ ਇਦਾਂ ਹੀ ਵੱਧ ਜਾਏਗੀ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਡਿਸਿਪਲਿਨ रहेगा। अगर इनडिसिप्लिन बेशक वो राजा वड़िंग है, ओरा भी टॉलरेट नहीं होएगा। बेशक कोई व्यक्ति है, इनडिसिप्लिन किसी का टॉलरेट पार्टी नहीं करेगी। ਜਿਹੜੇ ਪਾਰਟੀ ਤੋਂ ਬਾਹਰ ਕੱਢੇ ਜਾਂ ਰੁੱਸੇ ਹੋਏ ਨੇ ਜਾਂ ਦੂਜੀ ਪਾਰਟੀ ਚਲੇ ਗਏ ਕਾਂਗਰਸ, ਉਹਨੂੰ ਵਾਪਸ ਲਿਆਂਦਾ ਜਾਵੇਗਾ? ਬਿਲਕੁਲ ਦੇਖਣਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਕੁਝ ਲੋਕਾਂ ਨੇ ਪਾਰਟੀ ਤੋਂ ਪਾਰਟੀ ਦਾ ਆਨੰਦ ਵੀ ਲਿਆ, ਪਾਰਟੀ ਦੀਆਂ ਸੱਤਾਧਾਰੀ ਸਰਕਾਰਾਂ ਦੇ ਵਿੱਚ ਬਹੁਤ ਕੁਝ ਫਾਇਦੇ ਵੀ ਲਏ। ਜਿੱਥੇ ਤਾਂ ਸਾਡੀ ਗਲਤੀ ਹੋਏਗੀ, ਮੈਂ ਮਹਿਸੂਸ ਕਰਾਂਗਾ ਕਿ ਕਿਤੇ ਕੋਈ ਸਾਡੀ ਗਲਤੀ ਹੋਈ ਹੈ ਤਾਂ ਉਹਦੇ ਤੇ ਪੂਰਨ ਵਿਚਾਰ ਕੀਤਾ ਜਾਏਗਾ। ਲੇਕਿਨ ਜਿੱਥੇ ਪਾਰਟੀ ਦੀ ਪਿੱਠ 'ਚ ਕੋਈ ਛੁਰਾ ਮਾਰ ਕੇ ਗਿਆ ਹੋਊਗਾ, ਬਿਲਕੁਲ ਉਹਨਾਂ ਨੂੰ ਨਹੀਂ ਲਿਆ। SYF ਤੇ ਹਰਿਆਣਾ ਦੇ ਵਿੱਚ ਦਾਅਵੇ ਕੀਤੇ ਸਾਡੀ ਕੋਈ ਲੜਾਈ ਨਹੀਂ ਹੈ। ਬਾਜਵਾ ਜੀ ਦਾ ਬਿਆਨ ਆਇਆ ਨੋ ਤੁਹਾਨੂੰ ਬਿਆਨ, ਤੁਸੀਂ ਪੱਤਰਕਾਰ ਹੀ ਲਾ ਦਿੰਦੇ ਹੋ ਬਿਆਨ। ਨਾ ਤਾਂ ਬਾਜਵਾ ਸਾਹਿਬ ਨੇ ਮੇਰੀ ਕੋਈ ਗੱਲ ਕੀਤੀ ਹੈ, ਨਾ ਬਾਜਵਾ ਸਾਹਿਬ ਨੇ ਕਿਸੇ TV ਵੀਡੀਓ ਤੇ ਬਿਆਨ ਦਿੱਤਾ ਹੈ। ਕਿਸੇ ਪੱਤਰਕਾਰ ਦੇ ਮਨ 'ਚ ਆਇਆ, ਉਹਨੇ ਘਰੇ ਬੈਠੇ ਨੇ ਖਬਰ ਲਾਤੀ ਵੀ ਉਹ ਸਮਝੌਤਾ ਕਰਾ ਰਹੇ ਨੇ, ਤੇ ਕੋਈ ਲੜਾਈ ਨਹੀਂ ਹੈ। ਸਤਿਕਾਰਯੋਗ ਨੇ ਸਾਡੇ ਸਿੱਧੂ ਸਾਹਿਬ। ਮੈਂ ਹਰ ਵਿਅਕਤੀ ਨੂੰ ਇਹ ਕਹਿਣਾ ਕਿ ਜਿੱਥੇ ਮਰਜ਼ੀ ਜਾਓ, ਮੇਰੇ ਬਾਪ ਦੀ ਕਾਂਗਰਸ ਨਹੀਂ ਹੈ। ਜਿੱਥੇ ਜਿਹੜਾ ਦਿਲ ਕਰਦਾ ਉਹ ਮੀਟਿੰਗ ਕਰੋ, ਲੇਕਿਨ ਸ਼ਰਤ ਇੱਕ ਹੈ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ
ਕਾਂਗਰਸ ਪਾਰਟੀ ਨੂੰ ਠਿੱਬੀ ਲਾਉਣ ਵਾਸਤੇ ਅਗਰ ਕੋਈ ਮੀਟਿੰਗ ਹੋਏਗੀ ਤਾਂ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗੀ। ਇੱਕ 600 ਤੇ ਕਾਂਗਰਸ ਦਾ ਹਾਂਜੀ ਮੈਂ ਤੁਹਾਨੂੰ ਕੀ ਕਹਿ ਰਿਹਾ, ਮੈਂ ਬ੍ਰਦਰ ਫਿਰ ਉਹੀ ਗੱਲ ਖਾਲ ਦੀ ਬਾਲ ਦੀ ਖਲ ਨਾ ਉਧਾੜੋ। ਉੱਥੇ ਅਸੀਂ ਗਏ ਪ੍ਰਗਟ ਸਿੰਘ ਆਖੇ ਪ੍ਰਗਟ ਸਿੰਘ ਹੈ ਨਹੀਂ ਇੱਥੇ, ਤੁਹਾਡੇ ਸਵਾਗਤ ਵਾਸਤੇ ਪ੍ਰਗਟ ਸਿੰਘ ਨਹੀਂ ਆਏ, ਪ੍ਰਗਟ ਸਿੰਘ ਇੰਗਲੈਂਡ ਬੈਠਾ ਹੈ। ਸੋ ਉਵੇਂ ਹਜੇ ਮੈਨੂੰ ਲੱਗਿਆ ਨਹੀਂ, ਜਿੱਦੇ ਮੈਨੂੰ ਲੱਗੂਗਾ ਠਿੱਬੀ ਲੱਗਦੀ ਹੋਈ ਉਹਦੇ ਕਰ ਲਾਂਗੇ ਕੋਈ ਗੱਲ। ਤੁਸੀਂ ਅੰਮ੍ਰਿਤਸਰ ਦੇ ਵਿੱਚ ਗਏ ਹੋ ਜੀ, ਜਿਸ ਦਿਨ ਅੰਮ੍ਰਿਤਸਰ ਦੇ ਵਿੱਚ ਗਏ ਉਸ ਦਿਨ ਅੰਮ੍ਰਿਤਸਰ ਸਿੱਧੂ ਸਾਹਿਬ ਮੱਛਵਾੜੇ ਕਰ ਰਹੇ ਸੀ। ਜ਼ਰੂਰੀ ਨਹੀਂ ਹੈ ਕਿ ਕੋਈ ਮੈਂ ਅੰਮ੍ਰਿਤਸਰ ਜਾਵਾਂ ਤੇ ਸਾਰਾ ਟੱਬਰ ਅੰਮ੍ਰਿਤਸਰ ਹੋਣਾ ਚਾਹੀਦਾ ਹੈ, ਇਹ ਜ਼ਰੂਰੀ ਨਹੀਂ ਹੈ। ਜ਼ਰੂਰੀ ਇਹ ਹੈ ਕਿ ਡਿਸਪਲਿਨ 'ਚ ਰਹਿ ਕੇ ਗੱਲ ਕਰੇ। ਕਾਂਗਰਸ ਪਾਰਟੀ ਨੂੰ ਕੋਈ ਠਿੱਬੀ ਲਾਉਣ ਦੀ ਗੱਲ ਕਰੇਗਾ, ਵਿਰੋਧੀ ਦੇ ਘਰ ਕੋਈ ਜਾਣਬੁੱਝ ਕੇ ਜਿਹੜਾ ਕੋਈ ਐਸਾ ਕੰਮ ਕਰੇਗਾ ਉਹਦੇ ਖਿਲਾਫ ਜ਼ਰੂਰ ਕਾਰਵਾਈ। ਐਸਵਾਈਐਲ ਤੇ ਕਾਂਗਰਸ ਦਾ ਕੀ ਸਟੈਂਡ ਹੋਊਗਾ? ਹਰਿਆਣਾ ਦੇ ਵਿੱਚ ਦਾਅਵੇ ਕੀਤੇ ਜਾਂਦੇ ਨੇ ਕਿ ਜਦੋਂ ਸਰਕਾਰ ਬਣੂਗੀ ਤਾਂ ਐਸਵਾਈਐਲ ਦਾ ਪਾਣੀ ਖੇਤਾਂ ਤੱਕ ਜਾਊਗਾ। ਇਹ ਜਿਹੜੀ ਸਾਰੀ ਸ਼ਰਾਰਤ ਹੈ ਇਹ ਕੇਜਰੀਵਾਲ ਸਾਹਿਬ ਨੇ ਕੀਤੀ ਹੈ। ਕੇਜਰੀਵਾਲ ਸਾਹਿਬ ਨੇ ਪੰਜਾਬ ਆਪਦੀਆਂ ਗਰੰਟੀਆਂ ਦੇ ਕੇ ਜਿੱਤ ਲਿਆ ਹੈ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ। ਹੁਣ ਉਹਨਾਂ ਨੂੰ ਪੰਜਾਬ ਦੀ ਕੋਈ ਪਰਵਾਹ ਨਹੀਂ। ਕੇਜਰੀਵਾਲ ਸਾਹਿਬ ਤੋਂ ਬਿਨਾ ਪੱਤਾ ਨਹੀਂ ਹਿਲਦਾ। ਆਦਰਨੀय ਮੁੱਖ ਮੰਤਰੀ ਪੰਜਾਬ ਵੀ ਉਹਨਾਂ ਨੂੰ ਪੁੱਛ ਕੇ ਗੱਲ ਕਰਦੇ ਨੇ। ਫਿਰ ਕੌਣ ਹੈ ਸੁਸ਼ੀਲ ਕੁਮਾਰ ਜਿਹਨੇ ਇਹ ਬਿਆਨ ਦਿੱਤਾ ਕਿ ਪਾਣੀ ਉੱਥੇ ਜਾਏਗਾ 2025 ਦੇ ਵਿੱਚ? ਉਹ ਕੇਜਰੀਵਾਲ ਸਾਹਿਬ ਨੇ ਦਬਾਇਆ ਗਿਆ ਬਿਆਨ ਹੈ ਸੁਸ਼ੀਲ ਜੀ ਤੋਂ ਕਿ ਤੂੰ ਇਹ ਗੱਲ ਕਹਿ ਤਾਂ ਜੋ ਪੰਜਾਬ ਹਜੇ 5 ਸਾਲ ਸਾਨੂੰ ਲੋੜ ਨਹੀਂ ਹੈ, ਲੋੜ ਹੈ ਹੁਣ ਹਰਿਆਣੇ ਦੀ। ਅਸੀਂ ਹਰਿਆਣਾ ਜਿੱਤਣਾ ਹੈ। ਲੇਕਿਨ ਮੈਂ ਪਹਿਲਾਂ ਹੀ ਇਹ ਕਿਹਾ ਸੀ, ਟਵੀਟ ਕੀਤਾ ਸੀ ਕਿ ਦੁਸ਼ਮਣ ਸਾਡੇ ਦਰਵਾਜ਼ੇ ਤੇ ਹੈ। ਉਹਨਾਂ ਨੇ ਸੁਪਰੀਮ ਕੋਰਟ ਚਲੇ ਗਏ ਨੇ, ਕੰਟੈਂਪਟ ਪਾਤੀ ਹੈ। ਸੋ ਭਗਵੰਤ ਮਾਨ ਜੀ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ, ਗੁਜਰਾਤ ਤੇ ਹਿਮਾਚਲ ਛੱਡ ਕੇ, ਕਿ ਅਗਰ ਕੋਰਟ ਦੇ ਵਿੱਚ 19-21 ਹੋ ਗਈ ਤਾਂ ਉਹਦਾ ਅੰਜਾਮ ਪੰਜਾਬ ਨੂੰ ਭੁਗਤਣਾ ਪਏਗਾ। ਲੇਕਿਨ ਇਹਨਾਂ ਸਾਰੀਆਂ ਗੱਲਾਂ ਤੋਂ ਪਾਸੇ ਹਟ ਕੇ ਮੈਂ ਕਹਿਣਾ ਚਾਹਣਾ ਕਿ ਜਿੰਨਾ ਚਿਕਰ ਕਾਂਗਰਸ ਪਾਰਟੀ 'ਚ ਜਾਨ ਹੈ, ਸਾਡੇ 'ਚ ਦਮ ਹੈ, ਉਹਨਾਂ ਚਿਕਰ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿਆ। ਕਰਜ਼ਾ ਮਾਫੀ ਦੀ ਗੱਲ ਹੋਈ ਸੀਗੀ, ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ 67A ਆਰਟੀਕਲ ਫਿਰ ਲਾਉਣ ਜਾ ਰਹੀ ਹੈ ਕਿ ਜਿਨ੍ਹਾਂ ਨੇ ਕਰਜ਼ਾ ਨਹੀਂ ਮੋੜਿਆ ਹੈਗਾ, ਡਿਫਾਲਟਰ ਹੋਏ ਨੇ, ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ। ਸੋ ਮੈਂ ਕਿਸੇ ਗੱਲ ਤੇ ਬਿਲਕੁਲ ਗ੍ਰਿਫਤਾਰੀ ਤਾਂ ਕਿਸੇ ਕਿਸਾਨ ਦੀ ਨਹੀਂ ਹੋਣੀ ਚਾਹੀਦੀ, ਪਰ ਮੈਂ ਉਹਨਾਂ ਚਿਕਰ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਬੇਵਜ੍ਹਾ ਟਿੱਪਣੀ ਕਰਨੀ, ਬਿਨਾਂ ਨੋਟੀਫਿਕੇਸ਼ਨ ਵੇਖ ਕੇ ਕਰਨੀ, ਇਹ ਰਾਜੇਵਾਲ ਸਾਹਿਬ ਹੁਰੀ ਹੀ ਕਰ ਸਕਦੇ ਆ। ਮੈਂ ਜਿੰਨਾ ਚਿਕਰ ਕਾਗਜ਼ ਆਪਦੇ ਅੱਖੀਂ ਨਹੀਂ ਦੇਖ ਲੈਂਦਾ ਉਹਨਾਂ ਚਿਕਰ ਟਿੱਪਾ ਟਿੱਪਣੀ ਨਹੀਂ ਕਰਾਂਗਾ। ਪਰ ਹਾਂ ਕਿਸੇ ਕਿਸਾਨ ਨੂੰ, ਕਿਉਂਕਿ ਕਿਸਾਨ ਦੇ ਹੁਣ ਵੀ ਬਹੁਤ ਦਾਣਾ ਜਿਹੜਾ ਉਹ ਸ਼ਰਿੰਕ ਹੋ ਗਿਆ ਗਰਮੀ ਕਰਕੇ, ਝਾੜ ਬੜਾ ਘੱਟ ਹੈ, ਕਿਸੇ ਕਿਸਾਨ ਦੀ ਗ੍ਰਿਫਤਾਰੀ ਪੰਜਾਬ ਦੇ ਅੰਦਰ ਨਹੀਂ ਹੋਣੀ ਚਾਹੀਦੀ। ਕਾਂਗਰਸ ਨੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ ਵੀ ਸਾਰਾ ਕਰਜ਼ਾ ਮਾਫ, ਅੱਜ ਕਿਸਾਨ ਡਿਫਾਲਟਰ ਹੋ ਗਏ। ਇਹਦੀ ਕਸੂਰਵਾਰ ਕੌਣ ਹੈ? ਭਾਈ ਸਾਹਿਬ ਅਸੀਂ ਪਹਿਲੀ ਪਾਰਟੀ ਹੈ ਕਾਂਗਰਸ ਪਾਰਟੀ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦਾ ਅਗਰ ਕਿਸਾਨ ਦਾ ਕਿਸੇ ਨੇ ਕੋਈ 10,000 20,000 ਜਾਂ 2 ਲੱਖ ਰੁਪਏ ਅਸੀਂ ਕਿਸਾਨ ਦਾ ਮਾਫ ਕੀਤਾ ਹੋ, ਉਹ ਕੱਲੀ ਕਾਂਗਰਸ ਪਾਰਟੀ ਹੈ ਪੰਜਾਬ ਦੇ ਇਤਿਹਾਸ ਦੇ ਅੰਦਰ। ਆਜ਼ਾਦੀ ਤੋਂ ਬਾਅਦ ਇਹ ਕਾਂਗਰਸ ਪਾਰਟੀ ਨੇ 15 ਲੱਖ ਦੇ ਕਰੀਬ ਮੇਰਾ ਖਿਆਲ ਜਿਹੜਾ ਲੋਕਾਂ ਦਾ ਕਰਜ਼ਾ ਮਾਫ 85-100 ਕਰੋੜ ਰੁਪਏ ਦੇ ਨਾਲ ਕੀਤਾ। ਹਾਂ ਕੋਤਾਹੀਆਂ ਰਹਿ ਗਈਆਂ, ਅਸੀਂ ਕਿਹਾ ਸੀ ਕਰਜ਼ਾ ਪੂਰਾ ਮਾਫ ਕਰਾਂਗੇ। ਅਮਰਿੰਦਰ ਸਿੰਘ ਜੀ ਹੋਰਾਂ ਨੇ 30,000 ਕਰੋੜ ਰੁਪਏ ਦਾ ਜਿਹੜਾ ਵਾਧੂ ਬੋਝ ਬੰਦਿਆਂ ਸਰਕਾਰ ਅਕਾਲੀ ਦਲ ਪਾ ਕੇ ਗਈ, ਉਹਦੇ ਕਰਕੇ ਅਸੀਂ ਜਿਹੜਾ ਉਹ ਵਾਅਦਾ ਸੀ ਉਹ ਪੂਰਾ ਨਹੀਂ ਕਰ ਸਕੇ। ਇਸੇ ਕਰਕੇ ਤਾਂ ਫਿਰ 18 ਰਹਿ ਗਏ ਆ, ਪਰ ਉਹ ਵੀ ਮਜਬੂਰੀਆਂ ਦੇ ਕਾਰਨ। ਪਰ ਜੇ ਉਪਰਾਲਾ ਵੀ ਕੀਤਾ ਕਿਸੇ ਨੇ ਕੁਝ ਦੇਣ ਦਾ ਤਾਂ ਉਹ ਵੀ ਕਾਂਗਰਸ ਪਾਰਟੀ ਨੇ ਦਿੱਤਾ। ਅੱਜ ਤੱਕ ਕਿਸੇ ਪਾਰਟੀ ਨੇ ਰੁਪਿਆ ਵੀ ਨਹੀਂ ਦਿੱਤਾ। ਦੱਸੂਗਾ 3 ਮਹੀਨਿਆਂ ਬਾਅਦ, ਹਜੇ ਉਹਨਾਂ ਦਾ ਹਨੀਮੂਨ ਪੀਰੀਅਡ ਹੈ। ਐਵੇਂ ਕੋਈ ਗੱਲ ਨਹੀਂ, ਇੰਜੋਏ ਕਰਨ ਦਿਓ ਉਹਨਾਂ ਨੂੰ। ਤੁਹਾਡੇ ਤੇ ਇੱਕ ਵੱਡੀ ਜ਼ਿੰਮੇਵਾਰੀ ਹੈ ਜੀ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਚੱਲਣਾ, ਕਾਂਗਰਸ ਦੇ ਸਾਰੇ ਵਰਕਰਾਂ ਨੂੰ ਤੇ ਲੀਡਰਾਂ ਨੂੰ। ਇੱਕ ਲੀਡਰ ਮੱਛਵਾੜਾ ਸਾਹਿਬ ਰਾਜਾ ਜੀ ਦੇ ਕੋਲ ਆਂਦਾ ਤੇ ਦੂਸਰਾ ਲੀਡਰ ਆਪਣੇ ਅਮਰੀਕ ਸਿੰਘ ਢਿੱਲੋਂ ਜੀ ਦੇ ਕੋਲ ਜਾਂਦੇ ਨੇ। ਤੇ ਸਰ ਹਲਕੇ ਸਮਰਾਲੇ ਦੇ ਵਿੱਚ 2 ਫਾੜ ਹੋਈ ਪਈ ਆ ਕਾਂਗਰਸ। ਕਿਸੇ ਦੇ ਜਾਣ ਨਾਲ ਕਾਂਗਰਸ 2 ਫਾੜ ਨਹੀਂ ਹੋ ਸਕਦੀ। ਮੇਰੀ ਬੇਨਤੀ ਹੈ, ਹੋ ਸਕਦਾ ਹੈ ਕੋਈ ਕਿਸੇ ਦੇ ਆਪ ਦਾ ਨਿੱਜੀ ਲਿੰਕ ਹੋਵੇ, ਕੋਈ ਕਿਸੇ ਦਾ ਪਤਾ ਲੈਣ ਆਇਆ ਹੋਵੇ। ਜਿੱਦਾਂ ਐਸੀ ਗੱਲ ਹੋਏਗੀ ਨਾ ਫਾੜਨ ਦੇ ਨਾਲ ਜਾਂ ਇੱਧਰ ਉੱਧਰ ਕਾਂਗਰਸ, ਉਹਦੇ PCC ਕਾਂਗਰਸ ਪਾਰਟੀ ਬਤੌਰ ਪ੍ਰਧਾਨ ਤੁਹਾਨੂੰ ਜਵਾਬ ਦੇ ਦਿਆਂਗਾ। ਮੈਂ ਸਾਡੇ
ਜਿਹੜੇ ਚੁਣਾਵ ਲੜੇ ਨੇ, ਜੋ ਸਾਡੀ ਪਰੰਪਰਾ ਹੈ ਕਿ ਚੁਣਾਵ ਤੋਂ ਬਾਅਦ ਹਲਕੇ ਦੀ ਦੇਖਭਾਲ ਉੱਥੋਂ ਦਾ ਜਿਹੜਾ ਨੁਮਾਇੰਦਾ ਕਰਦਾ, ਜਿਹੜਾ ਲੜਿਆ ਤੇ ਉਹ ਰਾਜਾ ਜੀ ਕੋਲੇ ਆਏ ਹੈ। ਇਹ ਹਲਕੇ ਨੂੰ ਦੇਖ ਰਹੇ ਹੈ। ਕੋਈ ਐਸੀ ਗੱਲ ਨਹੀਂ ਜੇ ਕੋਈ ਕਿਤੇ ਜਾ ਕੇ ਆ ਰਿਹਾ, ਕੋਈ ਜਾ ਕੇ ਜਿਆਦਾ ਕੋਈ ਹਲਕਾ ਸਮਰਾਲਾ ਦੇ ਹਲਕਾ ਇੰਚਾਰਜ ਕੌਣ ਹੋਣਗੇ? ਨਹੀਂ ਹੈ। ਸਾਡੇ ਹਲਕੇ ਦੀ ਨੁਮਾਇੰਦਗੀ ਅੱਜ ਗਿੱਲ ਸਾਹਿਬ ਕਰ ਰਹੇ ਜੀ ਪ੍ਰਧਾਨ ਜੀ, ਤੁਸੀਂ ਪਾਰਟੀ ਨੂੰ ਮਜ਼ਬੂਤ ਕਰ ਰਹੇ ਹੋ ਤੇ ਉੱਥੇ ਤੁਹਾਡੇ ਐਮਪੀ ਨੇ 3 ਸਾਲ ਤੋਂ ਇੱਥੇ ਕਦੇ ਦਿਖਾਈ ਨਹੀਂ ਦਿੰਦੇ, ਉਹਦੇ ਲਾਪਤਾ ਤੱਕ ਦੇ ਪੋਸਟਰ ਲੱਗ ਚੁੱਕੇ ਨੇ ਫਤਿਹਗੜ੍ਹ ਸਾਹਿਬ 'ਚ। ਯਾਰ ਇੱਕ ਐਮਪੀ ਕਿੰਨਾ ਕੁ ਜਾ ਸਕਦਾ ਹੈ? ਮੇਰੀ ਬੇਨਤੀ ਹੈ, ਤੁਹਾਨੂੰ ਬੇਨਤੀ ਹੈ, ਐਮਪੀ ਸਾਹਿਬਾਨ ਬਹੁਤ ਵੱਡਾ ਹਲਕਾ ਹੋ ਜਾਂਦਾ ਹੈ, 9 ਹਲਕੇ ਹੋ ਜਾਂਦੇ ਨੇ, ਉੱਥੋਂ ਦੇ ਜਿਹੜਾ ਇੰਚਾਰਜ ਹੁੰਦਾ ਉਹਨੇ ਹੀ ਹਲਕਾ ਐਕਚੁਅਲੀ ਸਾਹਮਣਾ ਹੁੰਦਾ ਹੈ। ਪਰ ਐਸੀ ਕੋਈ ਗੱਲ ਨਹੀਂ ਹੈ। ਅਗਰ ਇਸ ਤਰ੍ਹਾਂ ਦੀ ਕੋਈ ਗੱਲ ਆਏਗੀ ਤਾਂ ਅਸੀਂ ਜ਼ਰੂਰ, ਅਗਰ ਤੁਸੀਂ ਧਿਆਨ 'ਚ ਲਿਆਂਦੀ ਤਾਂ ਇਹਦੇ ਤੇ ਜ਼ਰੂਰ ਗੌਰੇ ਨਜ਼ਰ ਫਰਮਾਵਾਂਗੇ ਵੀ ਕੀ ਹੋ ਰਿਹਾ। ਠੀਕ ਹੈ ਜੀ। ਇੱਕ ਇੱਕ ਕਰਕੇ ਪੁੱਛ ਲਓ, ਜ਼ਿਆਦਾ ਬੈਟਰ ਹੈ। ਰਾਜਾ ਜੀ, ਜਿਹੜਾ ਅੱਜ ਸਮਰਾਲੇ ਆਉਣ ਦਾ ਪਹਿਲਾਂ ਦਾ ਕੀ ਮਕਸਦ ਹੈਗਾ ਜੀ? ਅੱਜ ਜਿਹੜਾ ਇੱਥੇ ਆਉਣ ਦਾ ਮਕਸਦ ਹੈ ਜੀ, ਮੈਂ ਹਰ ਜਗ੍ਹਾ ਤੇ ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਿਹਾ ਔਰ ਮੈਂ ਆਪਦੇ ਦੋਸਤਾਂ ਤੋਂ, ਸੰਯੋਗੀ ਸਾਥੀਆਂ ਤੋਂ ਤੇ ਜਿੰਨੇ ਵੀ ਸਾਡੇ ਵਰਿਸ਼ਟ ਨੇਤਾ ਨੇ, ਲੀਡਰ ਸਾਹਿਬਾਨ, ਉਹਨਾਂ ਦਾ ਤਜਰਬਾ, ਉਹਨਾਂ ਦਾ ਐਕਸਪੀਰੀਅੰਸ ਉਹ ਲੈਣ ਵਾਸਤੇ ਤੇ ਆਸ਼ੀਰਵਾਦ ਲੈਣ ਵਾਸਤੇ ਤੇ ਆਪਦੇ ਭਰਾਵਾਂ ਦੀ ਬਲੇਸਿੰਗਸ ਲੈਣ ਵਾਸਤੇ ਅੱਜ ਦਾ ਜਿਹੜਾ ਸਮਰਾਲੇ ਦਾ ਦੌਰਾ ਅਸੀਂ ਰੱਖਿਆ। ਸੋ ਪਹਿਲੀ ਪਲੇਠੀ ਜਿਹੜੀ ਜਿਹਨੂੰ ਕਹਿੰਦੇ ਆ, ਉਹ ਇੱਕ ਵਾਰਤਾਲਾਪ ਮਿਲਣੀ ਹੈ ਔਰ ਇਸ ਤੋਂ ਬਾਅਦ ਅਸੀਂ ਲੋਕ तमाम ਚਾਰਜ ਲੈਣ ਤੋਂ ਬਾਅਦ ਇਕੱਠੇ ਹੋ ਕੇ ਚਰਚਾ ਕਰਕੇ ਇੱਕ ਨਵੀਂ ਕਾਂਗਰਸ, ਲੋਕਾਂ ਦੀ ਕਾਂਗਰਸ, ਮੇਰੀ ਕਾਂਗਰਸ, ਰਾਜਾ ਵੜਿੰਗ ਦੀ ਕਾਂਗਰਸ ਨਹੀਂ, ਲੋਕਾਂ ਦੀ ਕਾਂਗਰਸ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਮੇਰਾ ਮਕਸਦ ਹੈ ਉਹ ਅਸੀਂ ਆਉਣ ਵਾਲੇ ਸਮੇਂ 'ਚ ਕਰਾਂਗੇ। ਇੱਕ ਕੁਮਾਰ ਵਿਸ਼ਵਾਸ ਇੱਕ ਟਵੀਟ ਕਰਦੇ ਨੇ, ਉਹਨਾਂ ਦੇ ਘਰੇ ਪੁਲਿਸ ਦੀ ਰੇਡ ਹੁੰਦੀ ਹੈ, ਉਹ ਕਹਿੰਦਾ ਕੇਜਰੀਵਾਲ ਹੀ ਪੰਜਾਬ ਪੁਲਿਸ ਨੂੰ ਚਲਾ ਰਿਹਾ, ਨਾ ਕਿ ਭਗਵੰਤ ਮਾਨ। ਦੇਖੋ, ਇਹ ਵੀ ਕਿਉਂਕਿ ਕੋਈ ਪਤਾ ਤਾਂ ਲੱਗਿਆ ਨਹੀਂ ਕਿ ਕਿਹੜਾ ਕੋਈ ਜ਼ੁਰਮ ਕੀਤਾ ਹੈ ਕੁਮਾਰ ਵਿਸ਼ਵਾਸ ਨੇ, ਕਿਉਂਕਿ 1 ਮਹੀਨਾ ਹੋ ਗਿਆ ਜਨਤਾ ਦੇ, ਪੰਜਾਬ ਦੇ ਸਾਹਮਣੇ ਤਾਂ ਕੋਈ ਐਸੀ ਗੱਲ ਨਹੀਂ ਆਈ। ਹੁਣ ਇਹ ਪਤਾ ਲੱਗਿਆ ਟਵੀਟ ਤੋਂ ਬਾਅਦ ਕਿ ਪੁਲਿਸ ਉਹਨਾਂ ਦੇ ਘਰੇ ਗਈ ਹੈ ਐਂਡ ਫਿਰ ਇਹ ਵੀ ਪਤਾ ਲੱਗਿਆ ਕਿ ਕੋਈ ਉਹਨਾਂ ਦੇ ਪਰਚਾ ਦਰਜ ਕੀਤਾ ਰੋਪੜ ਪੁਲਿਸ ਨੇ। ਸੋ ਮੇਰਾ ਖਿਆਲ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸ਼ਰਾਫਤ ਵਾਲਾ ਚਿਹਰਾ ਹੈ, ਜਿਹੜੇ ਕਹਿੰਦੇ ਵੈਂਡੇਟਾ ਪੋਲਿਟਿਕਸ ਨਹੀਂ ਕਰਦੇ, ਅਕਸਰ ਹੀ ਕੇਜਰੀਵਾਲ ਸਾਹਿਬ ਇਲਜ਼ਾਮ ਲਾਇਆ ਕਰਦੇ ਸਨ ਕੇਂਦਰ ਸਰਕਾਰ ਤੇ ਵੀ ਸਾਡਾ ਬੰਦਾ ਚੱਕ ਲਿਆ, ਐਮਐਲਏ ਚੱਕ ਲਿਆ। ਅੱਜ ਇਹ ਉਸੇ ਤਰ੍ਹਾਂ ਦੀ ਪਿਰਤ ਮੈਂ ਸਮਝਦਾ ਹੈ ਕਿ ਜੇ ਉਹਨਾਂ ਨੇ ਕੁਝ ਬੋਲ ਵੀ ਦਿੱਤਾ ਤਾਂ ਮੇਰਾ ਖਿਆਲ ਕੋਈ ਐਡੀ ਕੋਈ ਗੱਲ ਨਹੀਂ ਵੀ ਪੁਲਿਸ ਉਹਨਾਂ ਨੂੰ ਚੱਕਣ ਦਿੱਲੀ ਚਲੀ ਜਾਵੇ। ਸੋ ਇਹ ਮਾੜੀ ਗੱਲ ਹੈ, ਲੋਕਤੰਤਰ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ। ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੂੰ ਮੈਂਡੇਟ ਦਿੱਤਾ ਹੈ, ਤੁਸੀਂ ਐਵੇਂ ਆਪਦੇ ਆਕਾ ਨੂੰ ਖੁਸ਼ ਕਰਨ ਪਿੱਛੇ ਇਹੋ ਜਿਹੇ ਕੰਮ ਨਾ ਕਰੋ ਤਾਂ ਬਿਹਤਰ ਹੋਏਗਾ। ਬਾਕੀ ਤੁਹਾਡਾ ਅੰਦਰੂਨੀ ਮਾਮਲਾ ਜੋ ਮਰਜ਼ੀ ਕਰੋ। ਇਹ ਸਮਰਾਲੇ ਦੇ ਹਲਕੇ ਨੂੰ ਸਵਾਲ ਹੈ, ਜਿਵੇਂ ਤੁਸੀਂ ਰਾਜਾ ਗਿੱਲ ਤੋਂ ਆਏ ਹੋ, ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਨੇ ਜੋ ਪ੍ਰਤਾਪ ਸਿੰਘ ਬਾਜਵਾ ਅਤੇ ਰੁੱਸੇ ਹੋਏ ਜੋ ਲੀਡਰ ਨੇ ਅਮਰੀਕ ਸਿੰਘ ਢਿੱਲੋਂ ਘਰ ਗਏ ਨੇ, ਇਹ ਉਹਨਾਂ ਦੀ ਵਾਪਸੀ ਦਾ ਕੋਈ ਸੰਕੇਤ ਹੈ? ਕੌਣ ਗਏ ਨੇ? ਪ੍ਰਤਾਪ ਸਿੰਘ ਬਾਜਵਾ ਜੀ। ਪ੍ਰਤਾਪ ਸਿੰਘ ਅਮਰੀਕ ਬਾਜਵਾ ਢਿੱਲੋਂ ਨੇ ਫਿਰ ਮਹਿੰਦਰ ਕੇਪੀ ਨੇ ਬਲਬੀਰ ਸਿੰਘ ਨੂੰ ਨਾਲ ਲੈ ਜੀ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਤੁਹਾਡੇ ਤੋਂ ਪਤਾ ਲੱਗਿਆ ਕਿ ਗਏ ਹੈ, ਲੇਕਿਨ ਉਹ ਕਿਸ ਤਰ੍ਹਾਂ ਗਏ ਹੈ, ਕਿਵੇਂ ਗਏ ਹੈ, ਕਿਸ ਮਕਸਦ ਨਾਲ ਗਏ ਹੈ, ਇਹ ਉਹ ਬਿਹਤਰ ਦੱਸ ਸਕਣਗੇ। ਲੇਕਿਨ ਪਾਰਟੀ ਵੱਲੋਂ ਗਿੱਲ ਸਾਹਿਬ, ਰਾਜਾ ਗਿੱਲ ਜੀ ਨੂੰ ਟਿਕਟ ਦਿੱਤੀ ਗਈ ਹੈ, ਇਹ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਕਾਂਗਰਸ ਪਾਰਟੀ ਦੇ। ਸੋ ਮੈਂ ਆਪਦੇ ਭਰਾ ਕੋਲੇ ਇੱਥੇ ਮਿਲਣ ਵਾਸਤੇ ਆਇਆ। ਨਹੀਂ, ਪਹਿਲਾਂ ਨਵਜੋਤ ਸਿੰਘ ਸਿੱਧੂ ਜਾ ਕੇ ਆਏ ਨੇ ਅਮਰੀਕ ਸਿੰਘ ਢਿੱਲੋਂ ਦੇ ਘਰ। ਸਾਹਿਬ ਜਿਹੜੇ ਜਾਖੜ ਸਾਹਿਬ ਨੇ, ਤੁਸੀਂ ਕਹਿੰਦੇ ਹੋ ਕਾਂਗਰਸ ਪਾਰਟੀ ਮਜ਼ਬੂਤ ਕਰਾਂਗੇ, ਜਾਖੜ ਸਾਹਿਬ ਤਾਂ ਤੁਹਾਡੇ ਸ਼ਾਸਨ ਬੰਦੇ ਨਹੀਂ, ਉਹਨੇ ਕੋਈ ਨੋਟ ਦਾ ਜਵਾਬ ਨਹੀਂ ਦਿੱਤਾ, ਦੂਸਰੇ ਬਾਰੇ ਸਿੱਧੂ ਸਾਹਿਬ ਆਪਣਾ ਪੈਰਲ ਕਰ ਲਏ ਕੰਮ। ਸੋ ਕਾਂਗਰਸ ਕਿੱਦਾਂ ਮਜ਼ਬੂਤ ਹੋਊਗੀ? ਮੇਰਾ ਖਿਆਲ ਇਦਾਂ ਹੀ ਵੱਧ ਜਾਏਗੀ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਡਿਸਪਲਿਨ ਬਿਲਕੁਲ ਕਾਇਮ ਰਹੇਗਾ। ਅਗਰ ਇਨਡਿਸਪਲਿਨ, ਬੇਸ਼ੱਕ ਉਹ ਰਾਜਾ ਵੜਿੰਗ ਹੈ, ਉਹਦਾ ਵੀ ਟੋਲਰੇਟ ਨਹੀਂ ਹੋਏਗਾ। ਬੇਸ਼ੱਕ ਕੋਈ ਵਿਅਕਤੀ ਹੈ, ਇਨਡਿਸਪਲਿਨ ਕਿਸੇ ਦਾ ਟੋਲਰੇਟ ਪਾਰਟੀ ਨਹੀਂ ਕਰੇਗੀ। ਜਿਹੜੇ ਪਾਰਟੀ ਤੋਂ ਬਾਹਰ ਕੱਢੇ ਜਾਂ ਰੁੱਸੇ ਹੋਏ ਨੇ ਜਾਂ ਦੂਜੀਆਂ ਪਾਰਟੀ ਚਲ ਕੇ ਕਾਂਗਰਸ ਉਹਨੂੰ ਵਾਪਸ ਲਿਆਂਦਾ ਜਾਵੇਗਾ? ਬਿਲਕੁਲ ਦੇਖਣਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਕੁਝ ਲੋਕਾਂ ਨੇ ਪਾਰਟੀ ਦਾ ਆਨੰਦ ਵੀ ਲਿਆ, ਪਾਰਟੀ ਦੀਆਂ ਸੱਤਾਧਾਰੀ ਸਰਕਾਰਾਂ ਦੇ ਵਿੱਚ ਬਹੁਤ ਕੁਝ ਫਾਇਦੇ ਵੀ ਲਏ,
ਜਿੱਥੇ ਤਾਂ ਸਾਡੀ ਗਲਤੀ ਹੋਏਗੀ ਮੈਂ ਮਹਿਸੂਸ ਕਰਾਂਗਾ ਕਿ ਕਿਤੇ ਕੋਈ ਸਾਡੀ ਗਲਤੀ ਹੋਈ ਹੈ ਤਾਂ ਉਹਦੇ ਤੇ ਪੂਰਨ ਵਿਚਾਰ ਕੀਤਾ ਜਾਏਗਾ, ਲੇਕਿਨ ਜਿੱਥੇ ਪਾਰਟੀ ਦੀ ਪਿੱਠ 'ਚ ਕੋਈ ਛੁਰਾ ਮਾਰ ਕੇ ਗਿਆ ਹੋਊਗਾ ਬਿਲਕੁਲ ਉਹਨਾਂ ਨੂੰ ਨਹੀਂ ਲਿਆ। ਐਸਵਾਈਐਲ ਤੇ ਹਰਿਆਣਾ ਦੇ ਵਿੱਚ ਦਾਅਵੇ ਕੀਤੇ ਜਾ ਸਾਡੀ ਕੋਈ ਲੜਾਈ ਨਹੀਂ ਹੈ। ਨਾਲੇ ਬਾਜਵਾ ਜੀ ਦਾ ਬਿਆਨ ਆਇਆ ਵੀ ਮੇਰੇ ਨੋ ਤੁਹਾਨੂੰ ਬਿਆਨ ਤੁਸੀਂ ਪੱਤਰਕਾਰ ਹੀ ਲਾ ਦਿੰਦੇ ਹੋ ਬਿਆਨ, ਨਾ ਤਾਂ ਬਾਜਵਾ ਸਾਹਿਬ ਨੇ ਮੇਰੀ ਕੋਈ ਗੱਲ ਕੀਤੀ ਹੈ, ਨਾ ਬਾਜਵਾ ਸਾਹਿਬ ਨੇ ਕਿਸੇ ਟੀਵੀ ਵੀਡੀਓ ਤੇ ਬਿਆਨ ਦਿੱਤਾ ਹੈ। ਕਿਸੇ ਪੱਤਰਕਾਰ ਦੇ ਮਨ ਚ ਆਇਆ ਉਹਨੇ ਘਰੇ ਬੈਠੇ ਨੇ ਖਬਰ ਲਾਤੀ ਵੀ ਉਹ ਸਮਝੌਤਾ ਕਰਾ ਰਹੇ ਨੇ, ਤੇ ਕੋਈ ਲੜਾਈ ਨਹੀਂ ਹੈ। ਸਤਿਕਾਰਯੋਗ ਨੇ ਸਾਡੇ ਸਿੱਧੂ ਸਾਹਿਬ। ਮੈਂ ਹਰ ਵਿਅਕਤੀ ਨੂੰ ਇਹ ਕਹਿਣਾ ਕਿ ਜਿੱਥੇ ਮਰਜ਼ੀ ਜਾਓ, ਮੇਰੇ ਬਾਪ ਦੀ ਕਾਂਗਰਸ ਨਹੀਂ ਹੈ, ਜਿੱਥੇ ਜਿਹੜਾ ਦਿਲ ਕਰਦਾ ਉਹ ਮੀਟਿੰਗ ਕਰੋ, ਲੇਕਿਨ ਸ਼ਰਤ ਇੱਕ ਹੈ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ, ਕਾਂਗਰਸ ਪਾਰਟੀ ਨੂੰ ਠਿੱਬੀ ਲਾਉਣ ਵਾਸਤੇ ਅਗਰ ਕੋਈ ਮੀਟਿੰਗ ਹੋਏਗੀ ਤਾਂ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗੀ। ਐਸਵਾਈਐਲ ਤੇ ਕਾਂਗਰਸ ਦਾ ਹਾਂਜੀ ਮੈਂ ਤੁਹਾਨੂੰ ਕੀ ਕਹਿ ਰਿਹਾ, ਮੈਂ ਬ੍ਰਦਰ ਫਿਰ ਉਹੀ ਗੱਲ ਖਾਲ ਦੀ ਬਾਲ ਦੀ ਖਾਲ ਨਾ ਉਧਾੜੋ। ਉੱਥੇ ਅਸੀਂ ਗਏ ਪ੍ਰਗਟ ਸਿੰਘ ਆਖੇ ਪ੍ਰਗਟ ਸਿੰਘ ਹੈ ਨਹੀਂ ਇੱਥੇ, ਤੁਹਾਡੇ ਸਵਾਗਤ ਵਾਸਤੇ ਪ੍ਰਗਟ ਸਿੰਘ ਨਹੀਂ ਆਏ, ਪ੍ਰਗਟ ਸਿੰਘ ਇੰਗਲੈਂਡ ਬੈਠਾ ਹੈ। ਸੋ ਉਵੇਂ ਹਜੇ ਮੈਨੂੰ ਲੱਗਿਆ ਨਹੀਂ, ਜਿੱਦੇ ਮੈਨੂੰ ਲੱਗੂਗਾ ਠਿੱਬੀ ਲੱਗਦੀ ਹੋਈ ਉਹਦੇ ਕਰ ਲਾਂਗੇ ਕੋਈ ਗੱਲ। ਤੁਸੀਂ ਅੰਮ੍ਰਿਤਸਰ ਦੇ ਵਿੱਚ ਗਏ ਹੋ ਜੀ, ਜਿਸ ਦਿਨ ਅੰਮ੍ਰਿਤਸਰ ਦੇ ਵਿੱਚ ਗਏ ਉਸ ਦਿਨ ਅੰਮ੍ਰਿਤਸਰ ਸਿੱਧੂ ਸਾਹਿਬ ਮਛਵਾੜੇ ਕਰ ਰਹੇ ਸੀ। ਜ਼ਰੂਰੀ ਨਹੀਂ ਹੈ ਕਿ ਕੋਈ ਮੈਂ ਅੰਮ੍ਰਿਤਸਰ ਜਾਵਾਂ ਤੇ ਸਾਰਾ ਟੱਬਰ ਅੰਮ੍ਰਿਤਸਰ ਹੋਣਾ ਚਾਹੀਦਾ ਹੈ, ਇਹ ਜ਼ਰੂਰੀ ਨਹੀਂ ਹੈ। ਜ਼ਰੂਰੀ ਇਹ ਹੈ ਕਿ ਡਿਸਪਲਿਨ 'ਚ ਰਹਿ ਕੇ ਗੱਲ ਕਰੇ। ਕਾਂਗਰਸ ਪਾਰਟੀ ਨੂੰ ਕੋਈ ਠਿੱਬੀ ਲਾਉਣ ਦੀ ਗੱਲ ਕਰੇਗਾ, ਵਿਰੋਧੀ ਦੇ ਘਰ ਕੋਈ ਜਾਣਬੁੱਝ ਕੇ ਜਿਹੜਾ ਕੋਈ ਐਸਾ ਕੰਮ ਕਰੇਗਾ ਉਹਦੇ ਖਿਲਾਫ ਜ਼ਰੂਰ ਕਾਰਵਾਈ ਹੋਵੇਗੀ। ਐਸਵਾਈਐਲ ਤੇ ਕਾਂਗਰਸ ਦਾ ਕੀ ਸਟੈਂਡ ਹੋਊਗਾ? ਹਰਿਆਣਾ ਦੇ ਵਿੱਚ ਦਾਅਵੇ ਕੀਤੇ ਜਾਂਦੇ ਨੇ ਕਿ ਜਦੋਂ ਸਰਕਾਰ ਬਣੂਗੀ ਤਾਂ ਐਸਵਾਈਐਲ ਦਾ ਪਾਣੀ ਖੇਤਾਂ ਤੱਕ ਜਾਊਗਾ। ਇਹ ਜਿਹੜੀ ਸਾਰੀ ਸ਼ਰਾਰਤ ਹੈ ਇਹ ਕੇਜਰੀਵਾਲ ਸਾਹਿਬ ਨੇ ਕੀਤੀ ਹੈ। ਕੇਜਰੀਵਾਲ ਸਾਹਿਬ ਨੇ ਪੰਜਾਬ ਆਪਦੀਆਂ ਗਰੰਟੀਆਂ ਦੇ ਕੇ ਜਿੱਤ ਲਿਆ ਹੈ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ। ਹੁਣ ਉਹਨਾਂ ਨੂੰ ਪੰਜਾਬ ਦੀ ਕੋਈ ਪਰਵਾਹ ਨਹੀਂ। ਕੇਜਰੀਵਾਲ ਸਾਹਿਬ ਤੋਂ ਬਿਨਾ ਪੱਤਾ ਨਹੀਂ ਹਿਲਦਾ। ਆਦਰਨੀय ਮੁੱਖ ਮੰਤਰੀ ਪੰਜਾਬ ਵੀ ਉਹਨਾਂ ਨੂੰ ਪੁੱਛ ਕੇ ਗੱਲ ਕਰਦੇ ਨੇ। ਫਿਰ ਕੌਣ ਹੈ ਸੁਸ਼ੀਲ ਕੁਮਾਰ ਜਿਹਨੇ ਇਹ ਬਿਆਨ ਦਿੱਤਾ ਕਿ ਪਾਣੀ ਉੱਥੇ ਜਾਏਗਾ 2025 ਦੇ ਵਿੱਚ? ਉਹ ਕੇਜਰੀਵਾਲ ਸਾਹਿਬ ਨੇ ਦਬਾਇਆ ਗਿਆ ਬਿਆਨ ਹੈ ਸੁਸ਼ੀਲ ਜੀ ਤੋਂ ਕਿ ਤੂੰ ਇਹ ਗੱਲ ਕਹਿ ਤਾਂ ਜੋ ਪੰਜਾਬ ਹਜੇ 5 ਸਾਲ ਸਾਨੂੰ ਲੋੜ ਨਹੀਂ ਹੈ, ਲੋੜ ਹੈ ਹੁਣ ਹਰਿਆਣੇ ਦੀ। ਅਸੀਂ ਹਰਿਆਣਾ ਜਿੱਤਣਾ ਹੈ। ਲੇਕਿਨ ਮੈਂ ਪਹਿਲਾਂ ਹੀ ਇਹ ਕਿਹਾ ਸੀ, ਟਵੀਟ ਕੀਤਾ ਸੀ ਕਿ ਦੁਸ਼ਮਣ ਸਾਡੇ ਦਰਵਾਜ਼ੇ ਤੇ ਹੈ। ਉਹਨਾਂ ਨੇ ਸੁਪਰੀਮ ਕੋਰਟ ਚਲੇ ਗਏ ਨੇ, ਕੰਟੈਂਪਟ ਪਾਤੀ ਹੈ। ਸੋ ਭਗਵੰਤ ਮਾਨ ਜੀ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ, ਗੁਜਰਾਤ ਤੇ ਹਿਮਾਚਲ ਛੱਡ ਕੇ, ਕਿ ਅਗਰ ਕੋਰਟ ਦੇ ਵਿੱਚ 19-21 ਹੋਗੀ ਤਾਂ ਉਹਦਾ ਅੰਜਾਮ ਪੰਜਾਬ ਨੂੰ ਭੁਗਤਣਾ ਪਏਗਾ। ਲੇਕਿਨ ਇਹਨਾਂ ਸਾਰੀਆਂ ਗੱਲਾਂ ਤੋਂ ਪਾਸੇ ਹਟ ਕੇ ਮੈਂ ਕਹਿਣਾ ਚਾਹਣਾ ਕਿ ਜਿੰਨਾ ਚਿਕਰ ਕਾਂਗਰਸ ਪਾਰਟੀ 'ਚ ਜਾਨ ਹੈ, ਸਾਡੇ 'ਚ ਦਮ ਹੈ, ਉਹਨਾਂ ਚਿਕਰ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿਆ। ਕਰਜ਼ਾ ਮਾਫੀ ਦੀ ਗੱਲ ਹੋਈ ਸੀਗੀ, ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ 67A ਆਰਟੀਕਲ ਫਿਰ ਲਾਉਣ ਜਾ ਰਹੀ ਹੈ ਕਿ ਜਿਨ੍ਹਾਂ ਨੇ ਕਰਜ਼ਾ ਨਹੀਂ ਮੋੜਿਆ ਹੈਗਾ, ਡਿਫਾਲਟਰ ਹੋਏ ਨੇ, ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਸੋ ਮੈਂ ਕਿਸੇ ਗੱਲ ਤੇ ਬਿਲਕੁਲ ਗ੍ਰਿਫਤਾਰੀ ਤਾਂ ਕਿਸੇ ਕਿਸਾਨ ਦੀ ਨਹੀਂ ਹੋਣੀ ਚਾਹੀਦੀ, ਪਰ ਮੈਂ ਉਹਨਾਂ ਚਿਕਰ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਬੇਵਜ੍ਹਾ ਟਿੱਪਣੀ ਕਰਨੀ, ਬਿਨਾਂ ਨੋਟੀਫਿਕੇਸ਼ਨ ਵੇਖ ਕੇ ਕਰਨੀ, ਇਹ ਰਾਜੇਵਾਲ ਸਾਹਿਬ ਹੁਰੀ ਹੀ ਕਰ ਸਕਦੇ ਆ। ਮੈਂ ਜਿੰਨਾ ਚਿਕਰ ਕਾਗਜ਼ ਆਪਦੇ ਅੱਖੀ ਨਹੀਂ ਦੇਖ ਲੈਂਦਾ ਉਹਨਾਂ ਚਿਕਰ ਟਿੱਪਾ ਟਿੱਪਣੀ ਨਹੀਂ ਕਰਾਂਗਾ। ਪਰ ਹਾਂ ਕਿਸੇ ਕਿਸਾਨ ਨੂੰ, ਕਿਉਂਕਿ ਕਿਸਾਨ ਦੇ ਹੁਣ ਵੀ ਬਹੁਤ ਦਾਣਾ ਜਿਹੜਾ ਉਹ ਸ਼ਰਿੰਕ ਹੋ ਗਿਆ ਗਰਮੀ ਕਰਕੇ, ਝਾੜ ਬੜਾ ਘੱਟ ਹੈ, ਕਿਸੇ ਕਿਸਾਨ ਦੀ ਗ੍ਰਿਫਤਾਰੀ ਪੰਜਾਬ ਦੇ ਅੰਦਰ ਨਹੀਂ ਹੋਣੀ ਚਾਹੀਦੀ। ਕਾਂਗਰਸ ਨੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ ਵੀ ਸਾਰਾ ਕਰਜ਼ਾ ਮਾਫ, ਅੱਜ ਕਿਸਾਨ ਡਿਫਾਲਟਰ ਹੋ ਗਏ, ਉਹਦੀ ਕਸੂਰਵਾਰ ਕੌਣ ਹੈ? ਭਾਈ ਸਾਹਿਬ ਅਸੀਂ ਪਹਿਲੀ ਪਾਰਟੀ ਹੈ ਕਾਂਗਰਸ ਪਾਰਟੀ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦਾ ਅਗਰ ਕਿਸਾਨ ਦਾ ਕਿਸੇ ਨੇ ਕੋਈ 10,000 20,000 ਜਾਂ 2 ਲੱਖ ਰੁਪਏ ਅਸੀਂ ਕਿਸਾਨ ਦਾ ਮਾਫ ਕੀਤਾ ਹੋ, ਉਹ ਕੱਲੀ ਕਾਂਗਰਸ ਪਾਰਟੀ ਹੈ ਪੰਜਾਬ ਦੇ ਇਤਿਹਾਸ ਦੇ ਅੰਦਰ ਆਜ਼ਾਦੀ ਤੋਂ ਬਾਅਦ ਕਿ ਕਾਂਗਰਸ ਪਾਰਟੀ ਨੇ 15 ਲੱਖ ਦੇ ਕਰੀਬ ਮੇਰਾ ਖਿਆਲ ਜਿਹੜਾ ਲੋਕਾਂ ਦਾ ਕਰਜ਼ਾ ਮਾਫ 85-100 ਕਰੋੜ ਰੁਪਏ ਦੇ ਨਾਲ ਕੀਤਾ। ਹਾਂ ਕੋਤਾਹੀਆਂ ਰਹਿ ਗਈਆਂ, ਅਸੀਂ ਕਿਹਾ ਸੀ ਕਰਜ਼ਾ ਪੂਰਾ ਮਾਫ ਕਰਾਂਗੇ। ਅਮਰਿੰਦਰ ਸਿੰਘ ਜੀ ਹੋਰਾਂ ਨੇ 30,000 ਕਰੋੜ ਰੁਪਏ ਦਾ ਜਿਹੜਾ ਵਾਧੂ ਬੋਝ ਬੰਦਿਆਂ ਸਰਕਾਰ ਅਕਾਲੀ ਦਲ ਪਾ ਕੇ ਗਈ, ਉਹਦੇ ਕਰਕੇ ਅਸੀਂ ਜਿਹੜਾ ਉਹ ਵਾਅਦਾ ਸੀ ਉਹ ਪੂਰਾ ਨਹੀਂ ਕਰ ਸਕੇ। ਇਸੇ ਕਰਕੇ ਤਾਂ ਫਿਰ 18 ਰਹਿ ਗਏ ਆ, ਪਰ ਉਹ ਵੀ ਮਜਬੂਰੀਆਂ ਦੇ ਕਾਰਨ। ਪਰ ਜੇ ਉਪਰਾਲਾ ਵੀ ਕੀਤਾ ਕਿਸੇ ਨੇ
ਕੁਝ ਦੇਣ ਦਾ ਤਾਂ ਉਹ ਵੀ ਕਾਂਗਰਸ ਪਾਰਟੀ ਨੇ ਦਿੱਤਾ। ਅੱਜ ਤੱਕ ਕਿਸੇ ਪਾਰਟੀ ਨੇ ਰੁਪਿਆ ਵੀ ਨਹੀਂ ਦਿੱਤਾ। ਜੇ 600 ਬਾਅਦ ਫਿਰ ਤੁਸੀਂ ਇਹੋ ਜਿਹੀ ਗੱਲ ਕਰ ਰਹੇ ਜੀ, ਤੁਹਾਡੀ ਕੋਈ ਕਾਰਗੁਜ਼ਾਰੀ ਕਹੇ ਜੀ ਅੱਜ ਦੇ ਤੁਸੀਂ ਕਹੇ ਜੀ ਕੰਮ ਦੱਸੂਗਾ 3 ਮਹੀਨਿਆਂ ਬਾਅਦ। ਹਜੇ ਉਹਨਾਂ ਦਾ ਹਨੀਮੂਨ ਪੀਰੀਅਡ ਹੈ, ਐਵੇਂ ਕੋਈ ਗੱਲ ਨਹੀਂ, ਇੰਜੋਏ ਕਰਨ ਦਿਓ ਉਹਨਾਂ ਨੂੰ। ਰਾਜਾ ਸਾਹਿਬ ਤੁਹਾਡੇ ਤੇ ਇੱਕ ਵੱਡੀ ਜ਼ਿੰਮੇਵਾਰੀ ਹੈ ਜੀ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਚੱਲਣਾ, ਕਾਂਗਰਸ ਦੇ ਸਾਰੇ ਵਰਕਰਾਂ ਨੂੰ ਤੇ ਲੀਡਰਾਂ ਨੂੰ। ਇੱਕ ਲੀਡਰ ਮੱਛਵੜਾ ਸਾਹਿਬ ਰਾਜਾ ਜੀ ਦੇ ਕੋਲ ਆਂਦਾ ਤੇ ਦੂਸਰਾ ਲੀਡਰ ਆਪਣੇ ਅਮਰੀਕ ਸਿੰਘ ਢਿੱਲੋਂ ਜੀ ਦੇ ਕੋਲ ਜਾਂਦੇ ਨੇ। ਤੇ ਸਰ ਹਲਕੇ ਸਮਰਾਲੇ ਦੇ ਵਿੱਚ ਦੋ ਫਾੜ ਹੋਈ ਪਈ ਆ ਕਾਂਗਰਸ। ਕਿਸੇ ਦੇ ਜਾਣ ਨਾਲ ਕਾਂਗਰਸ ਦੋ ਫਾੜ ਨਹੀਂ ਹੋ ਸਕਦੀ। ਮੇਰੀ ਬੇਨਤੀ ਹੈ, ਹੋ ਸਕਦਾ ਹੈ ਕੋਈ ਕਿਸੇ ਦੇ ਆਪ ਦਾ ਨਿੱਜੀ ਲਿੰਕ ਹੋਵੇ, ਕੋਈ ਕਿਸੇ ਦਾ ਪਤਾ ਲੈਣ ਆਇਆ ਹੋਵੇ। ਜਿੱਦਾਂ ਐਸੀ ਗੱਲ ਹੋਏਗੀ ਨਾ ਫਾੜਨ ਦੇ ਨਾਲ ਜਾਂ ਇੱਧਰ ਉੱਧਰ ਕਾਂਗਰਸ, ਉਦੋਂ PCC ਕਾਂਗਰਸ ਪਾਰਟੀ ਬਤੌਰ ਪ੍ਰਧਾਨ ਤੁਹਾਨੂੰ ਜਵਾਬ ਦੇ ਦਿਆਂਗਾ। ਮੈਂ ਸਾਡੇ ਜਿਹੜੇ ਚੁਣਾਵ ਲੜੇ ਨੇ, ਜੋ ਸਾਡੀ ਪਰੰਪਰਾ ਹੈ ਕਿ ਚੁਣਾਵ ਤੋਂ ਬਾਅਦ ਹਲਕੇ ਦੀ ਦੇਖਭਾਲ ਉਥੋਂ ਦਾ ਜਿਹੜਾ ਨੁਮਾਇੰਦਾ ਕਰਦਾ, ਜਿਹੜਾ ਲੜਿਆ, ਤੇ ਉਹ ਰਾਜਾ ਜੀ ਕੋਲੇ ਆਏ ਹੈ। ਇਹ ਹਲਕੇ ਨੂੰ ਦੇਖ ਰਹੇ ਹੈ। ਕੋਈ ਐਸੀ ਗੱਲ ਨਹੀਂ ਜੇ ਕੋਈ ਕਿਤੇ ਜਾ ਕੇ ਆ ਰਿਹਾ, ਕੋਈ ਜਾ ਕੇ ਜਾਂਦਾ ਕੋਈ ਹਲਕਾ ਸਮਰਾਲਾ ਦੇ ਹਲਕਾ ਇੰਚਾਰਜ ਕੌਣ ਹੋਣਗੇ? ਨਹੀਂ ਹੈ। ਸਾਡੇ ਹਲਕੇ ਦੀ ਨੁਮਾਇੰਦਗੀ ਅੱਜ ਗਿੱਲ ਸਾਹਿਬ ਕਰ ਰਹੇ ਜੀ ਪ੍ਰਧਾਨ ਜੀ, ਤੁਸੀਂ ਪਾਰਟੀ ਨੂੰ ਮਜ਼ਬੂਤ ਕਰ ਰਹੇ ਹੋ ਤੇ ਉੱਥੇ ਤੁਹਾਡੇ MP ਨੇ 3 ਸਾਲ ਤੋਂ ਇੱਥੇ ਕਦੇ ਦਿਖਾਈ ਨਹੀਂ ਦਿੰਦੇ ਹੁੰਦੇ, ਲਾਪਤਾ ਤੱਕ ਦੇ ਪੋਸਟਰ ਲੱਗ ਚੁੱਕੇ ਨੇ ਫਤਿਹਗੜ੍ਹ ਸਾਹਿਬ 'ਚ ਜੀ। ਯਾਰ ਇੱਕ MP ਕਿੰਨਾ ਕੁ ਜਾ ਸਕਦਾ ਹੈ? ਮੇਰੀ ਬੇਨਤੀ ਹੈ, ਤੁਹਾਨੂੰ ਬੇਨਤੀ ਹੈ, MP ਸਾਹਿਬਾਨ ਬਹੁਤ ਵੱਡਾ ਹਲਕਾ ਹੋ ਜਾਂਦਾ ਹੈ, 9 ਹਲਕੇ ਹੋ ਜਾਂਦੇ ਨੇ। ਉੱਥੋਂ ਦੇ ਜਿਹੜਾ ਇੰਚਾਰਜ ਹੁੰਦਾ ਉਹਨੇ ਹੀ ਹਲਕਾ ਐਕਚੁਅਲੀ ਸਾਹਮਣਾ ਹੁੰਦਾ ਹੈ। ਪਰ ਐਸੀ ਕੋਈ ਗੱਲ ਨਹੀਂ ਹੈ। ਅਗਰ ਇਸ ਤਰ੍ਹਾਂ ਦੀ ਕੋਈ ਗੱਲ ਆਏਗੀ ਤਾਂ ਅਸੀਂ ਜ਼ਰੂਰ, ਅਗਰ ਤੁਸੀਂ ਧਿਆਨ 'ਚ ਲਿਆਂਦੀ ਤਾਂ ਇਹਦੇ ਤੇ ਜ਼ਰੂਰ ਗੌਰੇ ਨਜ਼ਰ ਫਰਮਾਵਾਂਗੇ ਵੀ ਕੀ ਹੋ ਰਿਹਾ। ਠੀਕ ਹੈ ਜੀ। ਪਲੀਜ਼ ਜਰਾ ਸਾਰੇ ਸਾਈਡ ਹੋ ਜਾਓ। ਇੱਕ ਇੱਕ ਕਰਕੇ ਪੁੱਛ ਲਓ, ਜ਼ਿਆਦਾ ਬੈਟਰ ਹੈ ਜੀ। ਗਾਲੀ ਜਿਹੜਾ ਅੱਜ ਸਮਰਾਲੇ ਆਉਣ ਦਾ ਪਹਿਲਾਂ ਦਾ ਕੀ ਮਕਸਦ ਹੈਗਾ ਜੀ? ਅੱਜ ਜਿਹੜਾ ਇੱਥੇ ਆਉਣ ਦਾ ਮਕਸਦ ਹੈ ਜੀ, ਮੈਂ ਹਰ ਜਗ੍ਹਾ ਤੇ ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਿਹਾ ਔਰ ਮੈਂ ਆਪਦੇ ਦੋਸਤਾਂ ਤੋਂ, ਸੰਯੋਗੀ ਸਾਥੀਆਂ ਤੋਂ ਤੇ ਜਿੰਨੇ ਵੀ ਸਾਡੇ ਵਰਿਸ਼ਟ ਨੇਤਾ ਨੇ, ਲੀਡਰ ਸਾਹਿਬਾਨ, ਉਹਨਾਂ ਦਾ ਤਜਰਬਾ, ਉਹਨਾਂ ਦਾ ਐਕਸਪੀਰੀਅੰਸ ਉਹ ਲੈਣ ਵਾਸਤੇ ਤੇ ਆਸ਼ੀਰਵਾਦ ਲੈਣ ਵਾਸਤੇ ਤੇ ਆਪਦੇ ਭਰਾਵਾਂ ਦੀ ਬਲੇਸਿੰਗਸ ਲੈਣ ਵਾਸਤੇ ਅੱਜ ਦਾ ਜਿਹੜਾ ਸਮਰਾਲੇ ਦਾ ਦੌਰਾ ਅਸੀਂ ਰੱਖਿਆ। ਸੋ ਪਹਿਲੀ ਪਲੇਠੀ ਜਿਹੜੀ ਜਿਹਨੂੰ ਕਹਿੰਦੇ ਆ, ਉਹ ਇੱਕ ਵਾਰਤਾਲਾਪ ਮਿਲਣੀ ਹੈ ਔਰ ਇਸ ਤੋਂ ਬਾਅਦ ਅਸੀਂ ਲੋਕ तमाम ਚਾਰਜ ਲੈਣ ਤੋਂ ਬਾਅਦ ਇਕੱਠੇ ਹੋ ਕੇ ਚਰਚਾ ਕਰਕੇ ਇੱਕ ਨਵੀਂ ਕਾਂਗਰਸ, ਲੋਕਾਂ ਦੀ ਕਾਂਗਰਸ, ਮੇਰੀ ਕਾਂਗਰਸ, ਰਾਜਾ ਵੜਿੰਗ ਦੀ ਕਾਂਗਰਸ ਨਹੀਂ, ਲੋਕਾਂ ਦੀ ਕਾਂਗਰਸ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਮੇਰਾ ਮਕਸਦ ਹੈ, ਉਹ ਅਸੀਂ ਆਉਣ ਵਾਲੇ ਸਮੇਂ 'ਚ ਕਰਾਂਗੇ। ਇੱਕ ਕੁਮਾਰ ਵਿਸ਼ਵਾਸ ਇੱਕ ਟਵੀਟ ਕਰਦੇ ਨੇ, ਉਹਨਾਂ ਦੇ ਘਰੇ ਪੁਲਿਸ ਦੀ ਰੇਡ ਹੁੰਦੀ ਹੈ। ਉਹ ਕਹਿੰਦਾ ਕੇਜਰੀਵਾਲ ਹੀ ਪੰਜਾਬ ਪੁਲਿਸ ਨੂੰ ਚਲਾ ਰਿਹਾ, ਨਾ ਕਿ ਭਗਵੰਤ ਮਾਨ। ਦੇਖੋ, ਇਹ ਵੀ ਕਿਉਂਕਿ ਕੋਈ ਪਤਾ ਤਾਂ ਲੱਗਿਆ ਨਹੀਂ ਕਿ ਕਿਹੜਾ ਕੋਈ ਜ਼ੁਰਮ ਕੀਤਾ ਹੈ ਕੁਮਾਰ ਵਿਸ਼ਵਾਸ ਨੇ, ਕਿਉਂਕਿ 1 ਮਹੀਨਾ ਹੋ ਗਿਆ। ਜਨਤਾ ਦੇ ਪੰਜਾਬ ਦੇ ਸਾਹਮਣੇ ਤਾਂ ਕੋਈ ਐਸੀ ਗੱਲ ਨਹੀਂ ਆਈ। ਹੁਣ ਇਹ ਪਤਾ ਲੱਗਿਆ ਟਵੀਟ ਤੋਂ ਬਾਅਦ ਕਿ ਪੁਲਿਸ ਉਹਨਾਂ ਦੇ ਘਰੇ ਗਈ ਹੈ ਐਂਡ ਫਿਰ ਇਹ ਵੀ ਪਤਾ ਲੱਗਿਆ ਕਿ ਕੋਈ ਉਹਨਾਂ ਦੇ ਪਰਚਾ ਦਰਜ ਕੀਤਾ ਰੋਪੜ ਪੁਲਿਸ ਨੇ। ਸੋ ਮੇਰਾ ਖਿਆਲ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸ਼ਰਾਫਤ ਵਾਲਾ ਚਿਹਰਾ ਹੈ, ਜਿਹੜੇ ਕਹਿੰਦੇ ਵੈਂਡੇਟਾ ਪੋਲਿਟਿਕਸ ਨਹੀਂ ਕਰਦੇ, ਅਕਸਰ ਹੀ ਕੇਜਰੀਵਾਲ ਸਾਹਿਬ ਇਲਜ਼ਾਮ ਲਾਇਆ ਕਰਦੇ ਸਨ ਕੇਂਦਰ ਸਰਕਾਰ ਤੇ ਵੀ ਸਾਡਾ ਬੰਦਾ ਚੱਕ ਲਿਆ, MLA ਚੱਕ ਲਿਆ। ਅੱਜ ਇਹ ਉਸੇ ਤਰ੍ਹਾਂ ਦੀ ਪਿਰਤ ਮੈਂ ਸਮਝਦਾ ਹੈ ਕਿ ਜੇ ਉਹਨਾਂ ਨੇ ਕੁਝ ਬੋਲ ਵੀ ਦਿੱਤਾ ਤਾਂ ਮੇਰਾ ਖਿਆਲ ਕੋਈ ਐਡੀ ਕੋਈ ਗੱਲ ਨਹੀਂ ਵੀ ਪੁਲਿਸ ਉਹਨਾਂ ਨੂੰ ਚੱਕਣ ਦਿੱਲੀ ਚਲੀ ਜਾਵੇ। ਸੋ ਇਹ ਮਾੜੀ ਗੱਲ ਹੈ, ਲੋਕਤੰਤਰ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ। ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੂੰ ਮੈਂਡੇਟ ਦਿੱਤਾ ਹੈ, ਤੁਸੀਂ ਐਵੇਂ ਆਪਦੇ ਆਕਾ ਨੂੰ ਖੁਸ਼ ਕਰਨ ਪਿੱਛੇ ਇਹੋ ਜਿਹੇ ਕੰਮ ਨਾ ਕਰੋ ਤਾਂ ਬਿਹਤਰ ਹੋਏਗਾ। ਬਾਕੀ ਤੁਹਾਡਾ ਅੰਦਰੂਨੀ ਮਾਮਲਾ ਜੋ ਮਰਜ਼ੀ ਕਰੋ। ਇਹ ਸਮਰਾਲੇ ਦੇ ਹਲਕੇ ਨੂੰ ਸਵਾਲ ਹੈ, ਜਿਵੇਂ ਤੁਸੀਂ ਰਾਜਾ ਗਿੱਲ ਤੋਂ ਆਏ ਹੋ, ਦੂਜੇ ਪਾਸੇ ਵਿਰੋਧੀ ਤੇ ਨੇਤਾ ਨੇ ਜੋ ਪ੍ਰਤਾਪ ਸਿੰਘ ਬਾਜਵਾ ਅਤੇ ਰੁੱਸੇ ਹੋਏ ਜੋ ਲੀਡਰ ਨੇ ਅਮਰੀਕ ਸਿੰਘ ਢਿੱਲੋਂ ਘਰ ਗਏ ਨੇ, ਕਿ ਉਹਨਾਂ ਦੀ ਵਾਪਸੀ ਦਾ ਕੋਈ ਸੰਕੇਤ ਹੈ? ਕੌਣ ਗਏ ਨੇ? ਪ੍ਰਤਾਪ ਸਿੰਘ ਬਾਜਵਾ ਜੀ। ਪ੍ਰਤਾਪ ਸਿੰਘ ਅਮਰੀਕ ਬਾਜਵਾ ਢਿੱਲੋਂ ਨੇ ਫਿਰ ਮਹਿੰਦਰ KP ਨੇ ਬਲਬੀਰ ਸਿੰਘ ਨਾਲ ਨੇ ਜੀ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤੁਹਾਡੇ ਤੋਂ ਪਤਾ ਲੱਗਿਆ ਕਿ ਗਏ ਹੈ, ਲੇਕਿਨ ਉਹ ਕਿਸ ਤਰ੍ਹਾਂ ਗਏ ਹੈ, ਕਿਵੇਂ ਗਏ ਹੈ, ਕਿਸ ਮਕਸਦ ਨਾਲ ਗਏ ਹੈ, ਇਹ ਉਹ ਬਿਹਤਰ ਦੱਸ ਸਕਣਗੇ। ਲੇਕਿਨ ਪਾਰਟੀ ਵੱਲੋਂ ਗਿੱਲ ਸਾਹਿਬ, ਰਾਜਾ ਗਿੱਲ ਜੀ ਨੂੰ ਟਿਕਟ ਦਿੱਤੀ ਗਈ ਹੈ। ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਕਾਂਗਰਸ ਪਾਰਟੀ ਦੇ।
ਸੋ ਮੈਂ ਆਪਦੇ ਭਰਾ ਕੋਲੇ ਇੱਥੇ ਮਿਲਣ ਵਾਸਤੇ ਆਇਆ। ਨਹੀਂ ਪਹਿਲਾਂ ਸੰਤੋਖ ਸਿੰਘ ਸਿੱਧੂ ਵੀ ਜਾ ਕੇ ਆਏ ਨਵਨੀਤ ਸਿੰਘ ਢਿੱਲੋਂ ਸਾਹਿਬ ਜਿਹੜੇ ਜਾਖੜ ਸਾਹਿਬ ਨੇ ਤੁਸੀਂ ਕਹਿੰਦੇ ਹੋ ਕਾਂਗਰਸ ਪਾਰਟੀ ਮਜ਼ਬੂਤ ਕਰਾਂਗੇ ਜਾਖੜ ਸਾਹਿਬ ਤਾਂ ਤੁਹਾਡੇ ਅਨੁਸ਼ਾਸਨ ਬੰਦੇ ਨਹੀਂ ਉਹਨੇ ਕੋਈ ਨੋਟ ਦਾ ਜਵਾਬ ਨਹੀਂ ਦਿੱਤਾ ਦੂਸਰੇ ਬਾਰੇ ਸਿੱਧੂ ਸਾਹਿਬ ਆਪਣਾ ਪੈਰਲ ਚੱਲ ਰਹੇ ਕੰਮ ਸੋ ਕਾਂਗਰਸ ਕਿੱਦਾਂ ਮਜ਼ਬੂਤ ਹੋਊਗੀ? ਮੇਰਾ ਖਿਆਲ ਇਦਾਂ ਹੀ ਵੱਧ ਜਾਏਗੀ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਡਿਸਪਲਿਨ ਬਿਲਕੁਲ ਕਾਇਮ ਰਹੇਗਾ। अगर इनडिसिप्लिन बेशक वो राजा वड़ेंगे ओरा भी टॉलरेट नहीं होएगा। बेशक कोई व्यक्ति है इनडिसिप्लिन किसी का टॉलरेट पार्टी नहीं करेगी। ਜਿਹੜੇ ਪਾਰਟੀ ਤੋਂ ਬਾਹਰ ਕੱਢੇ ਜਾਂ ਰੁੱਸੇ ਹੋਏ ਨੇ ਜਾਂ ਦੂਜੀਆਂ ਪਾਰਟੀ ਚਲ ਕੇ ਕਾਂਗਰਸ ਉਹਨੂੰ ਵਾਪਸ ਲਿਆਂਦਾ ਜਾਵੇਗਾ? ਬਿਲਕੁਲ ਦੇਖਣਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਕੁਝ ਲੋਕਾਂ ਨੇ ਪਾਰਟੀ ਦਾ ਆਨੰਦ ਵੀ ਲਿਆ, ਪਾਰਟੀ ਦੀਆਂ ਸੱਤਾਧਾਰੀ ਸਰਕਾਰਾਂ ਦੇ ਵਿੱਚ ਬਹੁਤ ਕੁਝ ਫਾਇਦੇ ਵੀ ਲਏ। ਜਿੱਥੇ ਤਾਂ ਸਾਡੀ ਗਲਤੀ ਹੋਏਗੀ ਮੈਂ ਮਹਿਸੂਸ ਕਰਾਂਗਾ ਕਿ ਕਿਤੇ ਕੋਈ ਸਾਡੀ ਗਲਤੀ ਹੋਈ ਹੈ ਤਾਂ ਉਹਦੇ ਤੇ ਪੂਰਨ ਵਿਚਾਰ ਕੀਤਾ ਜਾਏਗਾ। ਲੇਕਿਨ ਜਿੱਥੇ ਪਾਰਟੀ ਦੀ ਪਿੱਠ 'ਚ ਕੋਈ ਛੁਰਾ ਮਾਰ ਕੇ ਗਿਆ ਹੋਊਗਾ ਬਿਲਕੁਲ ਉਹਨਾਂ ਨੂੰ ਨਹੀਂ ਲਿਆ। SYL ਤੇ ਹਰਿਆਣਾ ਦੇ ਵਿੱਚ ਦਾਅਵੇ ਕੀਤੇ ਜਾ ਸਾਡੀ ਕੋਈ ਲੜਾਈ ਨਹੀਂ ਹੈ। ਨਾਲੇ ਬਾਜਵਾ ਜੀ ਦਾ ਬਿਆਨ ਆਇਆ ਵੀ ਨੋ ਤੁਹਾਨੂੰ ਬਿਆਨ ਤੁਸੀਂ ਪੱਤਰਕਾਰ ਹੀ ਲਾ ਦਿੰਦੇ ਹੋ ਬਿਆਨ। ਨਾ ਤਾਂ ਬਾਜਵਾ ਸਾਹਿਬ ਨੇ ਮੇਰੀ ਕੋਈ ਗੱਲ ਕੀਤੀ ਹੈ, ਨਾ ਬਾਜਵਾ ਸਾਹਿਬ ਨੇ ਕਿਸੇ ਟੀਵੀ ਵੀਡੀਓ ਤੇ ਬਿਆਨ ਦਿੱਤਾ ਹੈ। ਕਿਸੇ ਪੱਤਰਕਾਰ ਦੇ ਮਨ ਚ ਆਇਆ ਉਹਨੇ ਘਰੇ ਬੈਠੇ ਨੇ ਖਬਰ ਲਾਤੀ ਵੀ ਉਹ ਸਮਝੌਤਾ ਕਰਾ ਰਹੇ ਨੇ ਤੇ ਕੋਈ ਲੜਾਈ ਨਹੀਂ ਹੈ। ਸਤਿਕਾਰਯੋਗ ਨੇ ਸਾਡੇ ਸਿੱਧੂ ਸਾਹਿਬ। ਮੈਂ ਹਰ ਵਿਅਕਤੀ ਨੂੰ ਇਹ ਕਹਿਣਾ ਕਿ ਜਿੱਥੇ ਮਰਜ਼ੀ ਜਾਓ, ਮੇਰੇ ਬਾਪ ਦੀ ਕਾਂਗਰਸ ਨਹੀਂ ਹੈ। ਜਿੱਥੇ ਜਿਹੜਾ ਦਿਲ ਕਰਦਾ ਉਹ ਮੀਟਿੰਗ ਕਰੋ, ਲੇਕਿਨ ਸ਼ਰਤ ਇੱਕ ਹੈ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ, ਕਾਂਗਰਸ ਪਾਰਟੀ ਨੂੰ ਠਿੱਬੀ ਲਾਉਣ ਵਾਸਤੇ ਅਗਰ ਕੋਈ ਮੀਟਿੰਗ ਹੋਏਗੀ ਤਾਂ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗੀ। SYL ਤੇ ਕਾਂਗਰਸ ਦਾ ਹਾਂਜੀ ਮੈਂ ਤੁਹਾਨੂੰ ਕੀ ਕਹਿ ਰਿਹਾ, ਮੈਂ ਬ੍ਰਦਰ ਫਿਰ ਉਹੀ ਗੱਲ ਖਾਲ ਦੀ ਬਾਲ ਦੀ ਖਲ ਨਾ ਉਧਾੜੋ। ਉੱਥੇ ਅਸੀਂ ਗਏ ਪ੍ਰਗਟ ਸਿੰਘ ਆਖੇ ਪ੍ਰਗਟ ਸਿੰਘ ਹੈ ਨਹੀਂ ਇੱਥੇ, ਤੁਹਾਡੇ ਸਵਾਗਤ ਵਾਸਤੇ ਪ੍ਰਗਟ ਸਿੰਘ ਨਹੀਂ ਆਏ। ਪ੍ਰਗਟ ਸਿੰਘ ਇੰਗਲੈਂਡ ਬੈਠਾ ਹੈ। ਸੋ ਉਵੇਂ ਹਜੇ ਮੈਨੂੰ ਲੱਗਿਆ ਨਹੀਂ, ਜਿੱਦੇ ਮੈਨੂੰ ਲੱਗੂਗਾ ਠਿੱਬੀ ਲੱਗਦੀ ਹੋਈ ਉਹਦੇ ਕਰ ਲਾਂਗੇ ਕੋਈ ਗੱਲ। ਤੁਸੀਂ ਅੰਮ੍ਰਿਤਸਰ ਦੇ ਵਿੱਚ ਗਏ ਹੋ ਜੀ, ਜਿਸ ਦਿਨ ਅੰਮ੍ਰਿਤਸਰ ਦੇ ਵਿੱਚ ਗਏ ਉਸ ਦਿਨ ਅੰਮ੍ਰਿਤਸਰ ਸਿੱਧੂ ਸਾਹਿਬ ਮੱਛਵਾੜੇ ਕਰ ਰਹੇ ਸੀ। ਜ਼ਰੂਰੀ ਨਹੀਂ ਹੈ ਕਿ ਕੋਈ ਮੈਂ ਅੰਮ੍ਰਿਤਸਰ ਜਾਵਾਂ ਤੇ ਸਾਰਾ ਟੱਬਰ ਅੰਮ੍ਰਿਤਸਰ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਹੈ। ਜ਼ਰੂਰੀ ਇਹ ਹੈ ਕਿ ਡਿਸਪਲਿਨ 'ਚ ਰਹਿ ਕੇ ਗੱਲ ਕਰੇ। ਕਾਂਗਰਸ ਪਾਰਟੀ ਨੂੰ ਕੋਈ ਠਿੱਬੀ ਲਾਉਣ ਦੀ ਗੱਲ ਕਰੇਗਾ, ਵਿਰੋਧੀ ਦੇ ਘਰ ਕੋਈ ਜਾਣਬੁੱਝ ਕੇ ਜਿਹੜਾ ਕੋਈ ਐਸਾ ਕੰਮ ਕਰੇਗਾ ਉਹਦੇ ਖਿਲਾਫ ਜ਼ਰੂਰ ਕਾਰਵਾਈ। SYL ਤੇ ਕਾਂਗਰਸ ਦਾ ਕੀ ਸਟੈਂਡ ਹੋਊਗਾ? ਹਰਿਆਣਾ ਦੇ ਵਿੱਚ ਦਾਅਵੇ ਕੀਤੇ ਜਾਂਦੇ ਨੇ ਕਿ ਜਦੋਂ ਸਰਕਾਰ ਬਣੂਗੀ ਤਾਂ SYL ਦਾ ਪਾਣੀ ਖੇਤਾਂ ਤੱਕ ਜਾਊਗਾ। ਇਹ ਜਿਹੜੀ ਸਾਰੀ ਸ਼ਰਾਰਤ ਹੈ ਇਹ ਕੇਜਰੀਵਾਲ ਸਾਹਿਬ ਨੇ ਕੀਤੀ ਹੈ। ਕੇਜਰੀਵਾਲ ਸਾਹਿਬ ਨੇ ਪੰਜਾਬ ਆਪਦੀਆਂ ਗਰੰਟੀਆਂ ਦੇ ਕੇ ਜਿੱਤ ਲਿਆ ਹੈ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ। ਹੁਣ ਉਹਨਾਂ ਨੂੰ ਪੰਜਾਬ ਦੀ ਕੋਈ ਪਰਵਾਹ ਨਹੀਂ। ਕੇਜਰੀਵਾਲ ਸਾਹਿਬ ਤੋਂ ਬਿਨਾ ਪੱਤਾ ਨਹੀਂ ਹਿਲਦਾ। ਆਦਰਨੀय ਮੁੱਖ ਮੰਤਰੀ ਪੰਜਾਬ ਵੀ ਉਹਨਾਂ ਨੂੰ ਪੁੱਛ ਕੇ ਗੱਲ ਕਰਦੇ ਨੇ। ਫਿਰ ਕੌਣ ਹੈ ਸੁਸ਼ੀਲ ਕੁਮਾਰ ਜਿਹਨੇ ਇਹ ਬਿਆਨ ਦਿੱਤਾ ਕਿ ਪਾਣੀ ਉੱਥੇ ਜਾਏਗਾ 2025 ਦੇ ਵਿੱਚ? ਉਹ ਕੇਜਰੀਵਾਲ ਸਾਹਿਬ ਨੇ ਦਬਾਇਆ ਗਿਆ ਬਿਆਨ ਹੈ ਸੁਸ਼ੀਲ ਜੀ ਤੋਂ ਕਿ ਤੂੰ ਇਹ ਗੱਲ ਕਹਿ ਤਾਂ ਜੋ ਪੰਜਾਬ ਹਜੇ 5 ਸਾਲ ਸਾਨੂੰ ਲੋੜ ਨਹੀਂ ਹੈ, ਲੋੜ ਹੈ ਹੁਣ ਹਰਿਆਣੇ ਦੀ। ਅਸੀਂ ਹਰਿਆਣਾ ਜਿੱਤਣਾ ਹੈ। ਲੇਕਿਨ ਮੈਂ ਪਹਿਲਾਂ ਹੀ ਇਹ ਕਿਹਾ ਸੀ, ਟਵੀਟ ਕੀਤਾ ਸੀ ਕਿ ਦੁਸ਼ਮਣ ਸਾਡੇ ਦਰਵਾਜ਼ੇ ਤੇ ਹੈ। ਉਹਨਾਂ ਨੇ ਸੁਪਰੀਮ ਕੋਰਟ ਚਲੇ ਗਏ ਨੇ, ਕੰਟੈਂਪਟ ਪਾਤੀ ਹੈ। ਸੋ ਭਗਵੰਤ ਮਾਨ ਜੀ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਗੁਜਰਾਤ ਤੇ ਹਿਮਾਚਲ ਛੱਡ ਕੇ ਕਿ ਅਗਰ ਕੋਰਟ ਦੇ ਵਿੱਚ 19-21 ਹੋ ਗਈ ਤਾਂ ਉਹਦਾ ਅੰਜਾਮ ਪੰਜਾਬ ਨੂੰ ਭੁਗਤਣਾ ਪਏਗਾ। ਲੇਕਿਨ ਇਹਨਾਂ ਸਾਰੀਆਂ ਗੱਲਾਂ ਤੋਂ ਪਾਸੇ ਹਟ ਕੇ ਮੈਂ ਕਹਿਣਾ ਚਾਹਣਾ ਕਿ ਜਿੰਨਾ ਚਿਕਰ ਕਾਂਗਰਸ ਪਾਰਟੀ 'ਚ ਜਾਨ ਹੈ, ਸਾਡੇ 'ਚ ਦਮ ਹੈ, ਉਹਨਾਂ ਚਿਕਰ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿਆ। ਕਰਜ਼ਾ ਮਾਫੀ ਦੀ ਗੱਲ ਹੋਈ ਸੀ ਕਿ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ 67A ਆਰਟੀਕਲ ਫਿਰ ਲਾਉਣ ਜਾ ਰਹੀ ਹੈ ਕਿ ਜਿਨ੍ਹਾਂ ਨੇ ਕਰਜ਼ਾ ਨਹੀਂ ਮੋੜਿਆ ਹੈਗਾ, ਡਿਫਾਲਟਰ ਹੋਏ ਨੇ, ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਸੋ ਮੈਂ ਕਿਸੇ ਗੱਲ ਤੇ ਬਿਲਕੁਲ ਗ੍ਰਿਫਤਾਰੀ ਤਾਂ ਕਿਸੇ ਕਿਸਾਨ ਦੀ ਨਹੀਂ ਹੋਣੀ ਚਾਹੀਦੀ, ਪਰ ਮੈਂ ਉਹਨਾਂ ਚਿਕਰ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਬੇਵਜ੍ਹਾ ਟਿੱਪਣੀ ਕਰਨੀ, ਬਿਨਾਂ ਨੋਟੀਫਿਕੇਸ਼ਨ ਵੇਖ ਕੇ ਕਰਨੀ, ਇਹ ਰਾਜੇਵਾਲ ਸਾਹਿਬ ਹੁਰੀ ਹੀ ਕਰ ਸਕਦੇ ਆ। ਮੈਂ ਜਿੰਨਾ ਚਿਕਰ ਕਾਗਜ਼ ਆਪਦੇ ਅੱਖੀਂ ਨਹੀਂ ਦੇਖ ਲੈਂਦਾ ਉਹਨਾਂ ਚਿਕਰ ਟਿੱਪਾ ਟਿੱਪਣੀ ਨਹੀਂ ਕਰਾਂਗਾ। ਪਰ ਹਾਂ ਕਿਸੇ ਕਿਸਾਨ ਨੂੰ, ਕਿਉਂਕਿ ਕਿਸਾਨ ਦੇ ਹੁਣ ਵੀ ਬਹੁਤ ਦਾਣਾ ਜਿਹੜਾ ਉਹ ਸ਼ਰਿੰਕ ਹੋ ਗਿਆ ਗਰਮੀ ਕਰਕੇ, ਝਾੜ ਬੜਾ ਘੱਟ ਹੈ,
ਕਿਸੇ ਕਿਸਾਨ ਦੀ ਗ੍ਰਿਫਤਾਰੀ ਪੰਜਾਬ ਦੇ ਅੰਦਰ ਨਹੀਂ ਹੋਣੀ ਚਾਹੀਦੀ। ਕਾਂਗਰਸ ਨੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ ਵੀ ਸਾਰਾ ਕਰਜ਼ਾ ਮਾਫ, ਅੱਜ ਕਿਸਾਨ ਡਿਫਾਲਟਰ ਹੋ ਗਏ। ਇਹਦੀ ਕਸੂਰਵਾਰ ਕੌਣ ਹੈ? ਭਾਈ ਸਾਹਿਬ, ਅਸੀਂ ਪਹਿਲੀ ਪਾਰਟੀ ਹੈ ਕਾਂਗਰਸ ਪਾਰਟੀ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦਾ ਹਾਂ, ਅਗਰ ਕਿਸਾਨ ਦਾ ਕਿਸੇ ਨੇ ਕੋਈ 10,000 20,000 ਜਾਂ 2 ਲੱਖ ਰੁਪਏ ਅਸੀਂ ਕਿਸਾਨ ਦਾ ਮਾਫ ਕੀਤਾ ਹੋ, ਉਹ ਕੱਲੀ ਕਾਂਗਰਸ ਪਾਰਟੀ ਹੈ ਪੰਜਾਬ ਦੇ ਇਤਿਹਾਸ ਦੇ ਅੰਦਰ। ਆਜ਼ਾਦੀ ਤੋਂ ਬਾਅਦ ਇਹ ਕਾਂਗਰਸ ਪਾਰਟੀ ਨੇ 15 ਲੱਖ ਦੇ ਕਰੀਬ ਮੇਰਾ ਖਿਆਲ ਜਿਹੜਾ ਲੋਕਾਂ ਦਾ ਕਰਜ਼ਾ ਮਾਫ 85-100 ਕਰੋੜ ਰੁਪਏ ਦੇ ਨਾਲ ਕੀਤਾ। ਹਾਂ, ਕੋਤਾਹੀਆਂ ਰਹਿ ਗਈਆਂ। ਅਸੀਂ ਕਿਹਾ ਸੀ ਕਰਜ਼ਾ ਪੂਰਾ ਮਾਫ ਕਰਾਂਗੇ। ਅਮਰਿੰਦਰ ਸਿੰਘ ਜੀ ਹੋਰਾਂ ਨੇ 30,000 ਕਰੋੜ ਰੁਪਏ ਦਾ ਜਿਹੜਾ ਵਾਧੂ ਬੋਝ ਬੰਦਿਆਂ ਸਰਕਾਰ ਅਕਾਲੀ ਦਲ ਪਾ ਕੇ ਗਈ, ਉਹਦੇ ਕਰਕੇ ਅਸੀਂ ਜਿਹੜਾ ਉਹ ਵਾਅਦਾ ਸੀ ਉਹ ਪੂਰਾ ਨਹੀਂ ਕਰ ਸਕੇ। ਇਸੇ ਕਰਕੇ ਤਾਂ ਫਿਰ 18 ਰਹਿ ਗਏ ਆ, ਪਰ ਉਹ ਵੀ ਮਜਬੂਰੀਆਂ ਦੇ ਕਾਰਨ। ਪਰ ਜੇ ਉਪਰਾਲਾ ਵੀ ਕੀਤਾ ਕਿਸੇ ਨੇ ਕੁਝ ਦੇਣ ਦਾ, ਤਾਂ ਉਹ ਵੀ ਕਾਂਗਰਸ ਪਾਰਟੀ ਨੇ ਦਿੱਤਾ। ਅੱਜ ਤੱਕ ਕਿਸੇ ਪਾਰਟੀ ਨੇ ਰੁਪਿਆ ਵੀ ਨਹੀਂ ਦਿੱਤਾ। ਤੁਸੀਂ ਇਹੋ ਜਿਹੀ ਗੱਲ ਕਰ ਰਹੇ ਜੀ, ਤੁਹਾਡੇ ਕੋਲ ਵੀ ਕਾਰਵਾਈ ਕਹੇ ਜੀ, ਅੱਜ ਦੇ ਤੁਸੀਂ ਕਹੇ ਜੀ ਕਾਰਵਾਈ ਦੱਸੂਗਾ 3 ਮਹੀਨਿਆਂ ਬਾਅਦ। ਹਜੇ ਉਹਨਾਂ ਦਾ ਹਨੀਮੂਨ ਪੀਰੀਅਡ ਹੈ, ਐਵੇਂ ਕੋਈ ਗੱਲ ਨਹੀਂ, ਇੰਜੋਏ ਕਰਨ ਦਿਓ ਉਹਨਾਂ ਨੂੰ। ਰਾਜਾ ਸਾਹਿਬ, ਤੁਹਾਡੀ ਇੱਕ ਵੱਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਚੱਲਣਾ, ਕਾਂਗਰਸ ਦੇ ਸਾਰੇ ਵਰਕਰਾਂ ਨੂੰ ਤੇ ਲੀਡਰਾਂ ਨੂੰ। ਇੱਕ ਲੀਡਰ ਮੱਛਵੜਾ ਸਾਹਿਬ ਰਾਜਾ ਜੀ ਦੇ ਕੋਲ ਆਂਦਾ ਤੇ ਦੂਸਰਾ ਲੀਡਰ ਆਪਣੇ ਅਮਰੀਕ ਸਿੰਘ ਢਿੱਲੋਂ ਜੀ ਦੇ ਕੋਲ ਜਾਂਦੇ ਨੇ। ਤੇ ਸਰ, ਹਲਕੇ ਸਮਰਾਲੇ ਦੇ ਵਿੱਚ ਦੋ ਫਾੜ ਹੋਈ ਪਈ ਆ ਕਾਂਗਰਸ। ਕਿਸੇ ਦੇ ਜਾਣ ਨਾਲ ਕਾਂਗਰਸ ਦੋ ਫਾੜ ਨਹੀਂ ਹੋ ਸਕਦੀ। ਮੇਰੀ ਬੇਨਤੀ ਹੈ, ਹੋ ਸਕਦਾ ਹੈ ਕੋਈ ਕਿਸੇ ਦੇ ਆਪ ਦਾ ਨਿੱਜੀ ਲਿੰਕ ਹੋਵੇ, ਕੋਈ ਕਿਸੇ ਦਾ ਪਤਾ ਲੈਣ ਆਇਆ ਹੋਵੇ। ਜਿੱਦਾਂ ਐਸੀ ਗੱਲ ਹੋਏਗੀ ਨਾ ਫਾੜਨ ਦੇ ਨਾਲ ਜਾਂ ਇੱਧਰ ਉੱਧਰ ਕਾਂਗਰਸ, ਉਹਦੇ ਪੀਸੀਸੀ ਕਾਂਗਰਸ ਪਾਰਟੀ ਬਤੌਰ ਪ੍ਰਧਾਨ ਤੁਹਾਨੂੰ ਜਵਾਬ ਦੇ ਦਿਆਂਗਾ। ਮੈਂ ਸਾਡੇ ਜਿਹੜੇ ਚੁਣਾਵ ਲੜੇ ਨੇ, ਜੋ ਸਾਡੀ ਪਰੰਪਰਾ ਹੈ ਕਿ ਚੁਣਾਵ ਤੋਂ ਬਾਅਦ ਹਲਕੇ ਦੀ ਦੇਖਭਾਲ ਉੱਥੋਂ ਦਾ ਜਿਹੜਾ ਨੁਮਾਇੰਦਾ ਕਰਦਾ, ਜਿਹੜਾ ਲੜਿਆ, ਤੇ ਉਹ ਰਾਜਾ ਜੀ ਕੋਲੇ ਆਏ ਹੈ। ਇਹ ਹਲਕੇ ਨੂੰ ਦੇਖ ਰਹੇ ਹੈ। ਕੋਈ ਐਸੀ ਗੱਲ ਨਹੀਂ ਜੇ ਕੋਈ ਕਿਤੇ ਜਾ ਕੇ ਆ ਰਿਹਾ, ਕੋਈ ਜਾ ਕੇ ਜਿਆਦਾ ਕੋਈ ਹਲਕਾ ਸਮਰਾਲਾ ਦੇ ਹਲਕਾ ਇੰਚਾਰਜ ਕੌਣ ਹੋਣਗੇ? ਸਾਡੇ ਹਲਕੇ ਦੀ ਨੁਮਾਇੰਦਗੀ ਅੱਜ ਗਿੱਲ ਸਾਹਿਬ ਕਰ ਰਹੇ ਜੀ। ਪ੍ਰਧਾਨ ਜੀ, ਤੁਸੀਂ ਪਾਰਟੀ ਨੂੰ ਮਜ਼ਬੂਤ ਕਰ ਰਹੇ ਹੋ ਤੇ ਉੱਥੇ ਹੀ ਤੁਹਾਡੇ ਐਮਪੀ ਨੇ 3 ਸਾਲ ਤੋਂ ਇੱਥੇ ਕਦੇ ਦਿਖਾਈ ਨਹੀਂ ਦਿੰਦੇ, ਉਹਦੇ ਲਾਪਤਾ ਤੱਕ ਦੇ ਪੋਸਟਰ ਲੱਗ ਚੁੱਕੇ ਨੇ ਫਤਿਹਗੜ੍ਹ ਸਾਹਿਬ 'ਚ। ਯਾਰ, ਇੱਕ ਐਮਪੀ ਕਿੰਨਾ ਕੁ ਜਾ ਸਕਦਾ ਹੈ? ਮੇਰੀ ਬੇਨਤੀ ਹੈ, ਤੁਹਾਨੂੰ ਬੇਨਤੀ ਹੈ, ਐਮਪੀ ਸਾਹਿਬਾਨ ਬਹੁਤ ਵੱਡਾ ਹਲਕਾ ਹੋ ਜਾਂਦਾ ਹੈ, 9 ਹਲਕੇ ਹੋ ਜਾਂਦੇ ਨੇ। ਉੱਥੋਂ ਦੇ ਜਿਹੜਾ ਇੰਚਾਰਜ ਹੁੰਦਾ ਉਹਨੇ ਹੀ ਹਲਕਾ ਐਕਚੁਅਲੀ ਸਾਹਮਣਾ ਹੁੰਦਾ ਹੈ। ਪਰ ਐਸੀ ਕੋਈ ਗੱਲ ਨਹੀਂ ਹੈ। ਅਗਰ ਇਸ ਤਰ੍ਹਾਂ ਦੀ ਕੋਈ ਗੱਲ ਆਏਗੀ ਤਾਂ ਅਸੀਂ ਜ਼ਰੂਰ, ਅਗਰ ਤੁਸੀਂ ਧਿਆਨ 'ਚ ਲਿਆਂਦੀ ਤਾਂ ਇਹਦੇ ਤੇ ਜ਼ਰੂਰ ਗੌਰੇ ਨਜ਼ਰ ਫਰਮਾਵਾਂਗੇ ਵੀ ਕੀ ਹੋ ਰਿਹਾ। ਠੀਕ ਹੈ ਜੀ। ਇੱਕ ਇੱਕ ਕਰਕੇ ਪੁੱਛ ਲਓ, ਜ਼ਿਆਦਾ ਬੈਟਰ ਹੈ। ਰਾਜੇ ਜਿਹੜਾ ਅੱਜ ਸਮਰਾਲੇ ਆਉਣ ਦਾ ਪਹਿਲਾਂ ਦਾ ਕੀ ਮਕਸਦ ਹੈਗਾ ਜੀ? ਅੱਜ ਜਿਹੜਾ ਇੱਥੇ ਆਉਣ ਦਾ ਮਕਸਦ ਹੈ ਜੀ, ਮੈਂ ਹਰ ਜਗ੍ਹਾ ਤੇ ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਿਹਾ ਔਰ ਮੈਂ ਆਪਦੇ ਦੋਸਤਾਂ ਤੋਂ, ਸੰਯੋਗੀ ਸਾਥੀਆਂ ਤੋਂ ਤੇ ਜਿੰਨੇ ਵੀ ਸਾਡੇ ਵਰਿਸ਼ਟ ਨੇਤਾ ਨੇ, ਲੀਡਰ ਸਾਹਿਬਾਨ, ਉਹਨਾਂ ਦਾ ਤਜਰਬਾ, ਉਹਨਾਂ ਦਾ ਐਕਸਪੀਰੀਅੰਸ ਉਹ ਲੈਣ ਵਾਸਤੇ ਤੇ ਆਸ਼ੀਰਵਾਦ ਲੈਣ ਵਾਸਤੇ ਤੇ ਆਪਦੇ ਭਰਾਵਾਂ ਦੀ ਬਲੇਸਿੰਗਸ ਲੈਣ ਵਾਸਤੇ ਅੱਜ ਦਾ ਜਿਹੜਾ ਸਮਰਾਲੇ ਦਾ ਦੌਰਾ ਅਸੀਂ ਰੱਖਿਆ। ਸੋ ਪਹਿਲੀ ਪਲੇਠੀ ਜਿਹੜੀ ਜਿਹਨੂੰ ਕਹਿੰਦੇ ਆ, ਉਹ ਇੱਕ ਵਾਰਤਾਲਾਪ ਮਿਲਣੀ ਹੈ ਔਰ ਇਸ ਤੋਂ ਬਾਅਦ ਅਸੀਂ ਲੋਕ तमाम ਚਾਰਜ ਲੈਣ ਤੋਂ ਬਾਅਦ ਇਕੱਠੇ ਹੋ ਕੇ ਚਰਚਾ ਕਰਕੇ ਇੱਕ ਨਵੀਂ ਕਾਂਗਰਸ, ਲੋਕਾਂ ਦੀ ਕਾਂਗਰਸ, ਮੇਰੀ ਕਾਂਗਰਸ ਰਾਜਾ ਵੜਿੰਗ ਦੀ ਕਾਂਗਰਸ ਨਹੀਂ, ਲੋਕਾਂ ਦੀ ਕਾਂਗਰਸ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਮੇਰਾ ਮਕਸਦ ਹੈ, ਉਹ ਅਸੀਂ ਆਉਣ ਵਾਲੇ ਸਮੇਂ 'ਚ ਕਰਾਂਗੇ। ਇੱਕ ਕੁਮਾਰ ਵਿਸ਼ਵਾਸ ਇੱਕ ਟਵੀਟ ਕਰਦੇ ਨੇ, ਉਹਨਾਂ ਦੇ ਘਰੇ ਪੁਲਿਸ ਦੀ ਰੇਡ ਹੁੰਦੀ ਹੈ। ਉਹ ਕਹਿੰਦਾ ਕੇਜਰੀਵਾਲ ਹੀ ਪੰਜਾਬ ਪੁਲਿਸ ਨੂੰ ਚਲਾ ਰਿਹਾ, ਨਾ ਕਿ ਭਗਵੰਤ ਮਾਨ। ਦੇਖੋ, ਇਹ ਵੀ ਕਿਉਂਕਿ ਕੋਈ ਪਤਾ ਤਾਂ ਲੱਗਿਆ ਨਹੀਂ ਕਿ ਕਿਹੜਾ ਕੋਈ ਜ਼ੁਰਮ ਕੀਤਾ ਹੈ ਕੁਮਾਰ ਵਿਸ਼ਵਾਸ ਨੇ, ਕਿਉਂਕਿ 1 ਮਹੀਨਾ ਹੋ ਗਿਆ ਜਨਤਾ ਦੇ ਪੰਜਾਬ ਦੇ ਸਾਹਮਣੇ ਤਾਂ ਕੋਈ ਐਸੀ ਗੱਲ ਨਹੀਂ ਆਈ। ਹੁਣ ਇਹ ਪਤਾ ਲੱਗਿਆ ਟਵੀਟ ਤੋਂ ਬਾਅਦ ਕਿ ਪੁਲਿਸ ਉਹਨਾਂ ਦੇ ਘਰੇ ਗਈ ਹੈ ਐਂਡ ਫਿਰ ਇਹ ਵੀ ਪਤਾ ਲੱਗਿਆ ਕਿ ਕੋਈ ਉਹਨਾਂ ਦੇ ਪਰਚਾ ਦਰਜ ਕੀਤਾ ਰੋਪੜ ਪੁਲਿਸ ਨੇ। ਸੋ ਮੇਰਾ ਖਿਆਲ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸ਼ਰਾਫਤ ਵਾਲਾ ਚਿਹਰਾ ਹੈ, ਜਿਹੜੇ ਕਹਿੰਦੇ ਵੈਂਡੇਟਾ ਪੋਲਿਟਿਕਸ ਨਹੀਂ ਕਰਦੇ, ਅਕਸਰ ਹੀ ਕੇਜਰੀਵਾਲ ਸਾਹਿਬ ਇਲਜ਼ਾਮ ਲਾਇਆ ਕਰਦੇ ਸਨ ਕੇਂਦਰ ਸਰਕਾਰ ਤੇ ਵੀ ਸਾਡਾ ਬੰਦਾ ਚੱਕ ਲਿਆ, ਐਮਐਲਏ ਚੱਕ ਲਿਆ। ਅੱਜ ਇਹ ਉਸੇ ਤਰ੍ਹਾਂ ਦੀ ਪਿਰਤ ਮੈਂ ਸਮਝਦਾ ਹੈ ਕਿ ਜੇ ਉਹਨਾਂ ਨੇ ਕੁਝ ਬੋਲ ਵੀ ਦਿੱਤਾ ਤਾਂ ਮੇਰਾ ਖਿਆਲ ਕੋਈ ਐਡੀ ਕੋਈ ਗੱਲ ਨਹੀਂ ਵੀ ਪੁਲਿਸ ਉਹਨਾਂ ਨੂੰ ਚੱਕਣ ਦਿੱਲੀ ਚਲੀ ਜਾਵੇ। ਸੋ ਇਹ ਮਾੜੀ ਗੱਲ ਹੈ। ਲੋਕਤੰਤਰ ਦੇ ਵਿੱਚ
ਇਹ ਨਹੀਂ ਹੋਣਾ ਚਾਹੀਦਾ। ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੂੰ ਮੈਂਡੇਟ ਦਿੱਤਾ ਹੈ, ਤੁਸੀਂ ਐਵੇਂ ਆਪਦੇ ਆਕਾ ਨੂੰ ਖੁਸ਼ ਕਰਨ ਪਿੱਛੇ ਇਹੋ ਜਿਹੇ ਕੰਮ ਨਾ ਕਰੋ ਤਾਂ ਬਿਹਤਰ ਹੋਏਗਾ। ਬਾਕੀ ਤੁਹਾਡਾ ਅੰਦਰੂਨੀ ਮਾਮਲਾ ਜੋ ਮਰਜ਼ੀ ਕਰੋ। ਇਹ ਸਮਰਾਲੇ ਦੇ ਹਲਕੇ ਵਿੱਚ ਸਵਾਲ ਹੈ, ਜਿਵੇਂ ਤੁਸੀਂ ਰਾਜਾ ਗਿੱਲ ਤੋਂ ਆਏ ਹੋ, ਦੂਜੇ ਪਾਸੇ ਵਿਰੋਧੀ ਤੇ ਨੇਤਾ ਨੇ ਜੋ ਪ੍ਰਤਾਪ ਸਿੰਘ ਬਾਜਵਾ ਅਤੇ ਰੁੱਸੇ ਹੋਏ ਜੋ ਲੀਡਰ ਨੇ ਰੀਸੈਂਟ ਢਿੱਲੋਂ ਘਰ ਗਏ ਨੇ, ਕਿ ਉਹਨਾਂ ਦੀ ਵਾਪਸੀ ਦਾ ਕੋਈ ਸੰਕੇਤ ਹੈ? ਕੌਣ ਗਏ ਨੇ? ਪ੍ਰਤਾਪ ਸਿੰਘ ਬਾਜਵਾ ਜੀ। ਪ੍ਰਤਾਪ ਸਿੰਘ ਰੀਸੈਂਟ ਬਾਜਵਾ ਢਿੱਲੋਂ ਨੇ ਫਿਰ ਅੰਦਰ ਕੇਪੀ ਨੇ ਬਲਬੀਰ ਸਿੰਘ ਨਾਲ ਨੇ ਜੀ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਤੁਹਾਡੇ ਤੋਂ ਪਤਾ ਲੱਗਿਆ ਹੈ ਕਿ ਗਏ ਹੈ, ਲੇਕਿਨ ਉਹ ਕਿਸ ਤਰ੍ਹਾਂ ਗਏ ਹੈ, ਕਿਵੇਂ ਗਏ ਹੈ, ਕਿਸ ਮਕਸਦ ਨਾਲ ਗਏ ਹੈ, ਇਹ ਉਹ ਬਿਹਤਰ ਦੱਸ ਸਕਣਗੇ। ਲੇਕਿਨ ਪਾਰਟੀ ਵੱਲੋਂ ਗਿੱਲ ਸਾਹਿਬ, ਰਾਜਾ ਗਿੱਲ ਜੀ ਨੂੰ ਟਿਕਟ ਦਿੱਤੀ ਗਈ ਹੈ, ਇਹ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਕਾਂਗਰਸ ਪਾਰਟੀ ਦੇ। ਸੋ ਮੈਂ ਆਪਦੇ ਭਰਾ ਕੋਲੇ ਇੱਥੇ ਮਿਲਣ ਵਾਸਤੇ ਆਇਆ। ਨਹੀਂ, ਪਹਿਲਾਂ ਨਵਜੋਤ ਸਿੰਘ ਸਿੱਧੂ ਜਾ ਕੇ ਆਏ ਨੇ ਰੀਸੈਂਟ ਢਿੱਲੋਂ ਸਾਹਿਬ ਜਿਹੜੇ ਜਾਖੜ ਸਾਹਿਬ ਨੇ, ਤੁਸੀਂ ਕਹਿੰਦੇ ਹੋ ਕਾਂਗਰਸ ਪਾਰਟੀ ਮਜ਼ਬੂਤ ਕਰਾਂਗੇ, ਜਾਖੜ ਸਾਹਿਬ ਤਾਂ ਤੁਹਾਡੇ ਸ਼ਾਸਨ ਬੰਦੇ ਨਹੀਂ, ਉਹਨੇ ਕੋਈ ਨੁਕਤਾ ਜਵਾਬ ਨਹੀਂ ਦਿੱਤਾ। ਦੂਸਰੇ ਬਾਰੇ ਸਿੱਧੂ ਸਾਹਿਬ ਆਪਣਾ ਪੈਨਲ ਚੱਲ ਰਿਹਾ ਕੰਮ। ਸੋ